मेथों बिना पूछे कोई भी अनम्यूट नहीं कर रहा हैगा। ਜਦੋਂ मैं परमिशन दूंगा अपना रेज एंड करो। इफ आई अलाउ यू यू पीपल कैन, अदरवाइज नो पॉसिबल। फाइन। मैनू साइलेंट ला दा अपने नू, दैट्स फाइन, इट्स ओके। ਆਪਾਂ ਅੱਜ ਰੀਡਿੰਗ ਪੜਾਂਗੇ ਤੇ ਮੈਂ ਰੀਡਿੰਗ ਨੂੰ ਤੁਹਾਨੂੰ ਬਹੁਤ ਬੈਸਟ ਤਰੀਕੇ ਨਾਲ ਪੜਾਉਂਗਾ, ਜਿਵੇਂ ਤੁਹਾਨੂੰ ਟੀਚ ਕਰੂੰਗਾ। ਇੱਕ ਗੱਲ ਯਾਦ ਰੱਖਿਓ, ਆਪਣਾ ਬੈਸਟ ਦੇਵਾਂਗਾ। ਆਪਣੇ ਸਾਰੇ ਕੰਮ ਕਰ ਛੱਡ ਦੋ। ਰਾਹੁਲ ਟੈਨਸ਼ਨਾਂ ਛੱਡ ਦੇ, ਆ ਜਾ ਮੁੜਿਆ। ਉਹ ਰਾਹੁਲ ਕਿਧਰ ਸੁਣ ਰਿਹਾ ਕਿਹਦੀ ਪਤਾ ਨਹੀਂ। ਹਾਂ, ਸਾਰੀਆਂ ਟੈਨਸ਼ਨਾਂ ਛੱਡ ਦੋ। ਹਾਂਜੀ ਸਰ। ਬਸ ਬਸ ਇੱਧਰ ਆ ਜਾਓ ਲੈਕਚਰ ਤੇ ਲੈਕਚਰ ਵਧੀਆ ਬਣਾਈਏ। 1 ਆਵਰ ਦੀ ਕਲਾਸ ਦੇ ਰਹੇ ਹਾਂ ਰੀਡਿੰਗ ਦੀ, ਤੇ ਪਤਾ ਲੱਗੇ ਵੀ ਟ੍ਰੇਨਰ ਨੇ ਪੜਾਇਆ ਕੁਛ, ਤੇ ਪਤਾ ਲੱਗੇ ਤੁਹਾਨੂੰ ਵੀ ਸਾਡੇ 'ਚ ਕੋਈ ਇੰਪਰੂਵਮੈਂਟ ਆਈ ਹੈ। ਅੱਜ ਦੀ ਜੋ ਰੀਡਿੰਗ ਮੈਂ ਲੈ ਰਿਹਾ ਹੈਗਾ, ਇਹ 'ਚ ਮੈਂ ਤੁਹਾਨੂੰ 3 ਕਾइंड ਪੜਾਉਂਗਾ, 3 ਚੀਜ਼ਾਂ ਸਭ ਤੋਂ ਇੰਪੋਰਟੈਂਟ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੜਾਉਂਗਾ ਲਿਸਟ ਆਫ ਹੈਡਿੰਗਸ ਕਿਵੇਂ ਕਰਨੇ ਆ। ਨੰਬਰ 2 ਤੇ ਮੈਂ ਸਮਝਾਉਂਗਾ ਮਲਟੀਪਲ ਚੁਆਇਸ ਕੁਐਸਚਨ MCQ। ਤੇ MCQ ਮੈਂ ਤੁਹਾਨੂੰ ਛੋਟੇ ਛੋਟੇ ਨਹੀਂ ਸਮਝਾਉਂਦਾ, ਮੈਂ ਤੁਹਾਨੂੰ ਟਫ ਸਮਝਾਉਂਗਾ, ਟਫ ਵੀ ਆਪਾਂ ਉਹਨਾਂ ਨੂੰ ਕਿਵੇਂ ਸੋਲਵ ਕਰੀਦਾ। ਤੇ ਨੰਬਰ 3 ਤੇ ਮੈਂ ਤੁਹਾਨੂੰ ਸਮਝਾਉਂਗਾ that is called true false or not given। ਮੇਰੀ ਕਲਾਸ ਨੂੰ ਬਹੁਤ ਵਧੀਆ ਇੰਟਰਸਟਿੰਗ ਵੇ ਨਾਲ ਲਾਈਓ। ਜਿੰਨੇ ਕੰਮ ਕਰ ਰਹੇ ਹੋ ਆਪਦੇ ਛੱਡ ਦਿਓ। ਤਾਂ ਬੇਨਤੀ ਹੈ, ਤੁਹਾਨੂੰ ਪਤਾ ਲੱਗੇਗਾ ਵੀ ਹਾਂ ਸਰ ਲੈਕਚਰ ਦਿੱਤਾ ਤੁਹਾਨੇ ਤੇ ਸਾਨੂੰ ਅੱਜ ਸਮਝ ਵੀ ਆਇਆ। ਕਰੀਏ ਸਟਾਰਟ ਆਪਾਂ। ਚਲੋ ਆਪਾਂ ਟਾਈਮ ਨੂੰ ਵੇਸਟ ਨਹੀਂ ਕਰਦੇ, ਮੈਂ ਤੁਹਾਨੂੰ ਸਕਰੀਨ ਸ਼ੇਅਰ ਕਰਦਾ ਤੁਹਾਡੇ ਨਾਲ। ਇੱਕ ਇਹ ਬੰਦਾ ਹੈਗਾ ਮਾਰਟਿਨ ਲੂਥਰ ਕਿੰਗ। ਜੇ ਕਿਸੇ ਨੇ, ਮੈਨੂੰ ਲੱਗਦਾ ਮੈਂ ਕੱਲ ਸ਼ਾਇਦ ਰੀਡਿੰਗ ਦਿੱਤੀ ਸੀ, ਇਹ ਮੇ ਵੀ ਪਤਾ ਨਹੀਂ ਮੈਨੂੰ ਨਹੀਂ ਦਿੱਤੀ, ਪਰ ਮੇਰਾ ਡਿਸਕਸ਼ਨ ਜਿਹੜਾ ਹੋਏਗਾ ਨਾ ਉਹ ਪੀਕ ਲੈਵਲ ਦਾ ਹੋਏਗਾ। ਤੇ ਇੱਕ ਗੱਲ ਬੜੇ ਧਿਆਨ ਨਾਲ ਸੁਣ ਲਿਓ। ਅੱਜ ਆਪਾਂ ਪੜ੍ਹਨਾ ਕੀ ਚੀਜ਼ ਹੈ। ਐਗਜ਼ਾਮਪਲ ਪੈਰਾਗ੍ਰਾਫ A ਹੈ, B ਹੈ, ਆਪਣੇ ਕੋਲ ਜਿਵੇਂ ਲਿਸਟ ਆਫ ਹੈਡਿੰਗਸ ਹੁੰਦੇ ਨੇ ਉਵੇਂ ਇਹ ਮੈਂ ਟਾਈਪ ਚ ਕਰਿਆ ਹੋਇਆ। ਪੈਰਾਗ੍ਰਾਫ C ਹੈ, D ਹੈ, E और F। we have these kind of the paragraph। ਅੱਜ ਆਪਣੇ ਕੋਲੇ ਕੁਐਸਚਨਸ ਕਿਹੜੇ ਨੇ। ਨੰਬਰ 1 ਆਪਣੇ ਕੋਲੇ ਹੈਗੇ ਆ that is called a multiple choice question MCQ। ਤੇ ਇੱਕ ਗੱਲ ਯਾਦ ਰੱਖਿਓ, ਐਗਜ਼ਾਮ ਦੇ ਵਿੱਚ ਜਿਹੜੇ MCQ ਆਉਂਦੇ ਆ ਨਾ, ਉਹ ਕਈ ਵਾਰ A B C ਨਹੀਂ ਆਉਂਦੇ, ਨਾਲ D ਆਪਸ਼ਨ ਵੀ ਆ ਜਾਂਦਾ ਹੈ। ਤੇ ਜਦੋਂ D ਆਪਸ਼ਨ ਆ ਜਾਂਦਾ ਨਾ, ਤਾਂ ਕਿਤੇ ਨਾ ਕਿਤੇ ਆਪਾਂ ਨੂੰ ਇਹ ਟਫ ਲੱਗਣਾ ਸ਼ੁਰੂ ਹੋ ਜਾਂਦਾ ਹੈਗਾ। ਮੈਂ ਤੁਹਾਨੂੰ ਇਹ ਸਮਝਾਉਂਗਾ लिस्ट ऑफ अपना MCQ ਦਾ ਫਸਟ, MCQ ਸੈਕਿੰਡ, ਥਰਡ, ਫੋਰਥ, ਫਿਫਥ। 5 MCQ ਤੇ 32 to 34 ਜਿਹੜੇ ਕੁਐਸਚਨ ਨੇ ਉਹਨੇ ਟਰੂ ਫਾਲਸ ਆਪਣੇ ਕੋਲੇ ਨਾਟ ਗਿਵਨ। 6 7 8 ਆਪਣੇ ਕੋਲੇ 3 ਟਰੂ ਫਾਲਸ ਨੇਗੇ। ਉਸ ਤੋਂ ਬਾਅਦ 35 to 40 ਲਗਭਗ ਆਪਣੇ ਕੋਲੇ 6 ਨੇ ਜਿਹੜੇ ਉਹ ਪੈਰਾਗ੍ਰਾਫਸ ਨੇਗੇ, ਜਿਹਨੂੰ ਆਪਾਂ ਲਿਸਟ ਆਫ ਹੈਡਿੰਗ ਕਹਿੰਦੇ ਆ। ਮੈਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾਇਆ। ਅੱਜ ਆਪਣੇ ਕੋਲੇ ਕੀ ਕੁਝ ਪੜ੍ਹਨ ਨੂੰ ਹੈ, ਧਿਆਨ ਨਾਲ ਸੁਣੋ ਮੇਰੀ ਗੱਲ। ਨੰਬਰ 1 we people have list of heading, true false ਤੇ MCQ। ਹੁਣ ਬਹੁਤ ਅੱਛੇ ਤਰੀਕੇ ਨਾਲ ਇੱਕ ਗੱਲ ਨੂੰ ਧਿਆਨ ਨਾਲ ਸੁਣੋ ਮੇਰੀ ਨੂੰ। ਜੇ ਕਿਸੇ ਵੀ ਗਗਨ ਕੁਝ ਪੁੱਛਣਾ ਤੁਸੀਂ, ਰੇਜ਼ ਹੈਂਡ ਸੀ ਗਗਨ ਦਾ, ਕਿਸ ਦਾ? ਹਾਂਜੀ ਸਰ, ਕੰਡਕਟ ਹੋ ਗਈ ਸੀ ਮੇਰੀ ਕਾਲ। ਕੋਈ ਨਾ, ਇਟਸ ਦੁਬਾਰਾ ਰਿਪੀਟ ਕਰ ਦਿਓ। ਫਾਈਨ, ਮੈਂ ਕਰ ਦੇਣਾ, ਜਸਟ ਵੇਟ। ਮੈਂ ਤੁਹਾਨੂੰ ਅੱਜ 3 ਕਾइंड ਪੜਾਉਣ ਲੱਗਿਆ ਹਰ ਇੱਕ ਬੱਚੇ ਨੂੰ। ਮੇਰੇ ਲੈਕਚਰ ਨੂੰ ਜਦੋਂ ਖਤਮ ਹੋ ਗਿਆ, ਉਸ ਤੋਂ ਬਾਅਦ ਤੁਸੀਂ ਮੇਥੋਂ ਜਿੰਨੇ ਮਰਜ਼ੀ ਕੁਐਸਚਨ ਅਰਾਈਜ਼ ਕਰਿਓ। ਮੈਂ ਤੁਹਾਨੂੰ ਤਰੀਕੇ ਨਾਲ ਸਮਝਾਉਣਾ। ਮੈਂ ਉਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਕਹੂੰਗਾ ਕਿ ਤੁਹਾਡੇ 6 ਬੈਂਡ ਆ ਜਾਣ, ਤੁਹਾਡੇ 7 ਬੈਂਡ ਆ ਜਾਣ। ਮੈਂ ਤੁਹਾਡਾ ਉਹ ਟ੍ਰੇਨਰ ਤੁਹਾਡੇ ਸਾਹਮਣੇ ਖੜਾ ਜਿਹੜਾ ਤੁਹਾਡੇ ਨਾਲ 9 ਬੈਂਡ ਦੀ ਟਾਕ ਕਰਦਾ ਹੈ। ਤੁਹਾਡਾ ਟ੍ਰੇਨਰ ਤੁਹਾਨੂੰ ਉਹ ਚੀਜ਼ ਸਮਝਾਏਗਾ ਕਿ ਹਾਊ ਇਜ਼ ਇਟ ਪੋਸੀਬਲ ਦੈਟ ਤੁਸੀਂ 9/9 ਕਿਵੇਂ ਗੈਟ ਕਰੋਗੇ। ਹੁਣ ਆਪਣੇ ਕੋਲੇ 5 ਮੈਨੂੰ ਲੱਗਦਾ MCQ ਨੇ, 5 3 ਆਪਣੇ ਕੋਲੇ ਟਰੂ ਫਾਲਸ ਨੇ, 5 ਤੇ 3 8 ਤੇ ਲਗਭਗ 6 ਆਪਣੇ ਕੋਲੇ ਲਿਸਟ ਆਫ ਹੈਡਿੰਗ ਨੇ। ਟੋਟਲ ਆਪਣੇ ਕੋਲੇ 14 ਕੁਐਸਚਨ ਨੇ, 14।
ਤੇ ਤੁਸੀਂ ਯਕੀਨ ਕਰੋ ਕਿ ਮੈਂ ਤੁਹਾਨੂੰ ਐਵੇਂ ਸਮਝਾਵਾਂ ਕਿ 14 ਚੋਂ 14 ਕਿਵੇਂ ਸਹੀ ਜਾਂਦੇ ਨੇ, ਤੁੱਕਾ ਨਹੀਂ, ਇੱਕ ਕੁਐਸਚਨ ਤੇ ਵੀ ਤੁੱਕਾ ਨਹੀਂ। ਤਾਂ ਸਭ ਤੋਂ ਪਹਿਲਾਂ ਵਧੀਆ ਤਰੀਕਾ ਇਹ ਹੈ ਰੀਡਿੰਗ ਨੂੰ ਕਰਨ ਦਾ। ਇਹਦੀ ਜੇ ਮੈਂ ਟ੍ਰਿਕ ਸਮਝਾ ਰਿਹਾ ਤੁਹਾਨੂੰ, ਟਰਾਈ ਕਰੋ ਕਿ ਸਭ ਤੋਂ ਪਹਿਲਾਂ ਤੁਸੀਂ ਲਿਸਟ ਆਫ ਹੈਡਿੰਗ ਨੂੰ ਕੰਪਲੀਟ ਕਰੋ। ਟਰਾਈ ਕਰੋ ਕਿ ਸਭ ਤੋਂ ਪਹਿਲਾਂ ਲਿਸਟ ਆਫ ਹੈਡਿੰਗ ਨੂੰ ਕੰਪਲੀਟ ਕਰੋ। ਉਹਦਾ ਰੀਜ਼ਨ ਇਹ ਆ ਕਿ ਜੇ ਲਿਸਟ ਆਫ ਹੈਡਿੰਗ ਨੂੰ ਆਪਾਂ ਨੇ ਕੰਪਲੀਟ ਕਰਨਾ ਹੈ ਤਾਂ ਆਪਾਂ ਨੂੰ ਸਾਰਾ ਪੈਰਾਗ੍ਰਾਫ ਪੜ੍ਹਨਾ ਪਊਗਾ। ਬਿਨਾ ਪੈਰਾਗ੍ਰਾਫ ਪੜ੍ਹੇ ਆਪਾਂ ਕਦੇ ਲਿਸਟ ਆਫ ਹੈਡਿੰਗ ਹੈ ਜਿਹੜਾ ਉਹ ਨਹੀਂ ਕਰ ਸਕਦੇ, ਇਹ ਰੂਲ ਹੈਗਾ। ਪੈਰਾਗ੍ਰਾਫ A ਨੂੰ ਵੀ ਪੂਰਾ ਪੜ੍ਹਨਾ ਹੈ, ਪੈਰਾਗ੍ਰਾਫ B ਨੂੰ ਵੀ ਪੂਰਾ ਪੜ੍ਹਨਾ ਹੈ, C ਨੂੰ ਵੀ, D ਨੂੰ ਵੀ, E ਨੂੰ ਵੀ, F ਨੂੰ ਵੀ। ਜਦੋਂ ਆਪਾਂ F ਤੱਕ ਪੈਰਾਗ੍ਰਾਫ ਨੂੰ ਪੂਰਾ ਪੜਾਂਗੇ ਤਾਂ ਆਪਣੇ 6 ਕੁਐਸਚਨ ਕੰਪਲੀਟ ਹੋਣਗੇ। ਪਰ ਇੱਕ ਗੱਲ ਯਾਦ ਰੱਖਿਓ, ਜਿਹੜੇ ਆਪਣੇ ਕੋਲੇ 8 ਕੁਐਸਚਨ ਰਹਿ ਗਏ ਨਾ, ਆਪਾਂ ਉਹ ਪੈਰਾਗ੍ਰਾਫ ਦੇ ਵਿੱਚ ਹੀ ਪੜਿਆਵਾਂਗੇ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗੂਗਾ, ਕਿਉਂਕਿ ਆਪਾਂ ਨੂੰ ਸਾਰੀਆਂ ਲੋਕੇਸ਼ਨਸ ਆਟੋਮੈਟਿਕਲੀ ਪਤਾ ਹੋਣਗੀਆਂ। ਤੇ ਹੁਣ ਮੈਂ ਕੀ ਕਰਨਾ, ਲਿਸਟ ਆਫ ਹੈਡਿੰਗ ਨੂੰ ਮੈਂ ਸਭ ਤੋਂ ਪਹਿਲਾਂ ਅਨਟੈਪਡ ਕਰੂੰਗਾ। ਲਿਸਟ ਆਫ ਹੈਡਿੰਗ ਦਾ ਪੈਰਾਗ੍ਰਾਫ A ਪੜਾਉਂਗਾ ਮੈਂ, ਤੁਹਾਨੂੰ ਮੈਂ ਮੈਥਡ ਸਿਖਾਉਂਗਾ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਰੀਡਿੰਗ ਨੂੰ ਐਗਜ਼ਾਮ ਦੇ ਵਿੱਚ ਕਰਕੇ ਆਉਣੇ। ਮੈਂ ਸਟਾਰਟ ਕਰ ਰਿਹਾ। ਸੋ ਪੈਰਾਗ੍ਰਾਫ A ਤੁਹਾਡੀ ਸਕਰੀਨ ਦੇ ਉੱਤੇ। ਕਦੇ ਵੀ ਯਾਦ ਰੱਖਿਓ ਜਦੋਂ ਲਿਸਟ ਆਫ ਹੈਡਿੰਗ ਕਰ ਦੋ, ਸਭ ਤੋਂ ਪਹਿਲਾਂ ਇਹਨਾਂ ਨੂੰ ਨਹੀਂ ਪੜਨਾ, ਇਹ ਨਹੀਂ ਪੜਨੇ ਹੈਗੇ ਆਪਣੇ। ਵੀ ਆਰ ਨਾਟ ਗੋਇੰਗ ਟੂ ਰੀਡ ਫਸਟਲੀ। ਸਭ ਤੋਂ ਪਹਿਲਾਂ ਆ ਜਾਓ ਪੈਰਾਗ੍ਰਾਫ ਤੇ। ਲਓ ਜੀ, ਪੈਰਾਗ੍ਰਾਫ A ਹੈ, ਇਸ ਬੰਦੇ ਦੀ ਟਾਕ ਹੈ ਤੇ ਇਹ ਜਿਹੜੀ ਰੀਡਿੰਗ ਹੈ ਇਹ ਥੋੜੀ ਜੀ ਟਫ ਲੈਵਲ ਦੀ ਹੈ। ਇਹਦੇ ਵੋਕੈਬਲਰੀ ਬਹੁਤ ਡਿਫਰੈਂਟ ਹੈ ਤੇ ਮੈਂ ਤੁਹਾਨੂੰ ਇਹ ਸਿਖਾਉਂਗਾ ਕਿ ਡਿਫਰੈਂਟ ਵੋਕੈਬਲਰੀ ਹੋਣ ਦੇ ਬਾਵਜੂਦ ਵੀ ਆਪਣੇ ਆਨਸਰ ਕਿਵੇਂ ਸਹੀ ਜਾਂਦੇ ਆ। ਸਟਾਰਟਿੰਗ ਕਰ ਰਿਹਾ। ਮਾਰਟਿਨ ਲੂਥਰ ਕਿੰਗ, ਕੋਈ ਬੰਦਾ ਹੈ, ਉਹਦਾ ਨਾਮ ਹੈ ਮਾਰਟਿਨ ਲੂਥਰ ਕਿੰਗ, was born on January 15, 1929। ਇੱਕ ਬੰਦਾ, ਉਹਦਾ ਜਨਮ ਦਿੱਤਾ 19 ਤਰੀਕ ਨੂੰ ਪੈਦਾ ਹੋਇਆ, ਇਨ ਐਟਲਾਂਟਾ ਜਾਰਜੀਆ, ਇਸ ਜਗ੍ਹਾ ਤੇ ਪੈਦਾ ਹੋਇਆ। He was the son of Reverend Martin Luther King। ਇਹਦਾ ਫਾਦਰ ਦਾ ਨੇਮ ਹੈ ਸਰ ਐਂਡ ਅਲਬਰਟਾ ਵਿਲੀਅਮਸ ਕਿੰਗ ਤੇ ਇੱਕ ਉਹਦੀ ਮਦਰ ਦਾ ਨੇਮ ਹੈ। He had an older sister। older ਹੁੰਦੀ ਹੈ ਵੱਡੀ ਭੈਣ। ਉਹਦੀ ਇੱਕ ਵੱਡੀ ਸਿਸਟਰ ਸੀ ਜਿਹਦਾ ਨਾਮ ਸੀਗਾ ਵਿਲੀ ਕ੍ਰਿਸਟਨ ਕਿੰਗ ਐਂਡ ਅ ਯੰਗਰ ਬ੍ਰਦਰ ਆਲਫਾ ਡੈਨੀਅਲ ਵਿਲਮਸ ਕਿੰਗ। ਮਤਲਬ ਕੀ ਹੈ, ਇੱਕ ਫੈਮਿਲੀ ਹੈ, ਕਿੰਗ ਫੈਮਿਲੀ ਹੈ, ਉਹ 'ਚ ਉਹਦਾ ਨਾਮ ਦੱਸਦਾ ਇਹ ਹੈ, ਡੇਟ ਆਫ ਬਰਥ ਦੱਸਦੀ ਇਹ ਹੈ, ਪੈਦਾ ਕਿੱਥੇ ਹੋਇਆ, ਇੱਥੇ ਹੋਇਆ, ਉਹਦੀ ਮਦਰ ਫਾਦਰ ਦਾ ਨੇਮ ਮੈਂਸ਼ਨ ਕਰਤਾ, ਉਹਦੀ 올ਡਰ ਸਿਸਟਰ ਦੱਸਦੀ ਕੌਣ ਹੈ, ਯੰਗਰ ਬ੍ਰਦਰ ਦੱਸਦਾ ਕੌਣ ਹੈ। ਆਪਾਂ ਨੂੰ ਇਹ ਨਾਮ ਯਾਦ ਰੱਖਣ ਦੀ ਲੋੜ ਨਹੀਂ, ਆਪਾਂ ਨੂੰ ਤਾਂ ਬਸ ਇਹ ਹੈ ਵੀ ਇਹ ਕਹਿਣਾ ਕੀ ਚਾਹੁੰਦੇ ਨੇ। ਪੂਰਾ ਪੈਰਾਗ੍ਰਾਫ ਪੜਨ ਤੋਂ ਬਾਅਦ ਪਤਾ ਲੱਗ ਜਾਊਗਾ। ਗਰੋਇੰਗ ਅਪ ਇਨ ਐਟਲਾਂਟਾ, ਉਹ ਐਟਲਾਂਟਾ ਦੇ ਵਿੱਚ ਵੱਡਾ ਹੋਇਆ ਸੀਗਾ। ਕਿੰਗ ਅਟੈਂਡਡ ਬੂਕਰ ਟੀ ਵਾਸ਼ਿੰਗਟਨ ਹਾਈ ਸਕੂਲ, ਉਹਨੇ ਕੋਈ ਹਾਈ ਸਕੂਲ ਦੇ ਵਿੱਚ ਗਿਆ ਤੇ ਹਾਈ ਸਕੂਲ ਦਾ ਨਾਮ ਸੀਗਾ ਵਾਸ਼ਿੰਗਟਨ। He skipped 9th and 12th grade, 9ਵੀਂ ਤੇ 12ਵੀਂ ਕਲਾਸ ਉਹਨੇ ਛੱਡਤੀ and entered Morehouse College at the age 15 without formally graduating from high school। ਗ੍ਰੈਜੂਏਸ਼ਨ ਕਰਨ ਦੇ ਲਈ ਆਪਣੇ ਕਾਲਜ ਦੇ ਵਿੱਚ ਵਗ ਗਿਆ, ਬਲਕਿ ਉਸਨੇ ਕੋਈ ਸਕੂਲ ਤਾਂ ਪੂਰਾ ਕੀਤਾ ਹੀ ਨਹੀਂ ਨਾ, 2 ਕਲਾਸਾਂ ਦਾ ਛੱਡਿਆ ਉਹ ਆਪਣੀਆਂ, ਇੱਕ 9th ਵੀ ਛੱਡਿਆ, ਇੱਕ 12th ਵੀ ਛੱਡਿਆ। From the time the Martin was born, ਜਦੋਂ ਦਾ ਜੰਮਿਆ ਸੀ, he knew that black people and white people had a different rights in certain parts of America। ਮਤਲਬ ਕਿ ਆ ਸਾਰੀ ਅੱਜ ਦੀ ਰੀਡਿੰਗ ਹੈ ਨਾ ਜਿਹੜੀ, ਇਹ ਬਲੈਕ ਪੀਪਲ ਤੇ ਵਾਈਟ ਪੀਪਲ ਨੂੰ ਲੈ ਕੇ ਹੈ। ਉਹ ਕਹਿ ਰਿਹਾ ਵੀ ਜਦੋਂ ਦਾ ਮੇਰਾ ਜਨਮ ਹੋਇਆ ਹੈ ਮੈਂ ਇਹੀ ਚੀਜ਼ ਦੇਖਦਾ ਆ ਰਿਹਾ ਕਿ ਬਲੈਕ ਪੀਪਲ ਤੇ ਵਾਈਟ ਪੀਪਲ, ਇਹਨਾਂ ਦੇ ਰਾਈਟਸ ਨੇ ਨਾ ਜਿਹੜੇ, ਇਹਨਾਂ ਦੇ ਜਿਹੜੇ ਹੱਕ ਨੇਗੇ ਉਹ ਬਿਲਕੁਲ ਵੱਖੋ ਵੱਖਰੇ ਨੇਗੇ। If a black family wanted to eat at a restaurant, ਜੇ ਬਲੈਕ ਫੈਮਿਲੀ ਨੇ ਰੈਸਟੋਰੈਂਟ ਦੇ ਵਿੱਚ ਜਾ ਕੇ ਰੋਟੀ ਖਾਣੀ ਹੈ, they had to sit in a separate section of the restaurant। ਮਤਲਬ ਕਿ ਉਹਨਾਂ ਨਾਲ ਇੰਨਾ ਭੇਦਭਾਵ ਕਰਿਆ ਜਾਂਦਾ ਸੀ ਵੀ ਜੇ ਕਿਸੇ ਕਾਲੇ ਨੇ ਜਾ ਕੇ ਰੈਸਟੋਰੈਂਟ ਦੇ ਵਿੱਚ ਬਹਿ ਕੇ ਰੋਟੀ ਖਾਣੀ ਹੈ ਤਾਂ ਉਹਦੇ ਲਈ ਇੱਕ ਸੈਪਰੇਟ ਸੈਕਸ਼ਨ ਸੀਗਾ। they had to sit at the back of the cinema, ਸਿਨੇਮਾ ਦੇ ਵਿੱਚ ਪਿੱਛੇ ਬੈਠਣ ਨੂੰ ਜਗ੍ਹਾ, and even use separate toilets। ਤੁਸੀਂ ਇਹ ਦੇਖੋ ਕਿ ਕਿੰਨੀਆਂ ਬੁਰੀਆਂ ਕੰਡੀਸ਼ਨ ਸੀਗੀਆਂ ਕਿ ਜਿਹੜੇ ਗੋਰੇ ਲੋਕ ਸੀਗੇ, ਜਿਹੜੇ ਅੰਗਰੇਜ਼ ਲੋਕ ਸੀਗੇ, ਉਹ ਕਾਲਿਆਂ ਦੇ ਉੱਤੇ ਕਿੰਨਾ ਵੱਡਾ ਜ਼ੁਲਮ ਕਰਦੇ ਸੀਗੇ। ਵਰਸ, ਵਰਸ ਨੇ ਮਾੜਾ ਹੋਣਾ, worse and perhaps even more humiliating still in many southern states if a black man was on a bus। ਜੇ ਮੰਨ ਕੇ ਚਲੋ ਕਾਲੇ ਬੰਦੇ ਬੱਸ 'ਚ ਬੈਠੇ ਹੁੰਦੇ and all the seats were taken, ਤੇ ਸਾਰੀਆਂ ਸੀਟਸ ਨੇ ਜਿਹੜੀਆਂ ਬੱਸ ਦੀਆਂ ਭਰੀਆਂ ਹੁੰਦੀਆਂ,
he would have to endure the indignity of the relinquishing his own seat to a white man। ਮੰਨ ਕੇ ਚਲੋ ਇੱਕ ਬੱਸ ਭਰੀ ਹੋਈ ਹੈ, ਸਾਰੀ ਬੱਸ ਚ ਕਾਲੇ ਬੰਦੇ ਭਰੇ ਬੈਠੇ, 52 ਦੀਆਂ 52 ਸੀਟਾਂ ਬੁੱਕ ਨੇਗੀਆਂ, ਪਰ ਜੋ ਚ ਗੋਰਾ ਆ ਕੇ ਚੜ ਗਿਆ ਤਾਂ ਕਿਸੇ ਇੱਕ ਕਾਲੇ ਨੂੰ ਆਪਣੀ ਸੀਟ ਛੱਡਣੀ ਪਊਗੀ ਤੇ ਉਹਨੂੰ ਸੀਟ ਦੇਣੀ ਪਊਗੀ। ਕਿੰਗ ਕੁਡ ਨੈਵਰ ਅੰਡਰਸਟੈਂਡ ਦ ਟੈਰੀਬਲ ਇਨਜਸਟਿਸ ਆਫ ਦਿਸ। ਜਿਹੜਾ ਕਿੰਗ ਸੀ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਵੀ ਇਹ ਯਾਰ ਇੰਨਾ ਇੱਕ ਜਸਟਿਸ ਹੁੰਦਾ ਹੈ, ਇਨਸਾਫ, ਤੇ ਇਨਜਸਟਿਸ ਹੁੰਦਾ ਹੈ ਬੇਇਨਸਾਫੀ। ਉਹਨੂੰ ਇਸ ਬੇਇਨਸਾਫੀ ਦਾ ਪਤਾ ਹੀ ਨਹੀਂ ਲੱਗ ਰਿਹਾ ਸੀ ਵੀ ਕਿਉਂ ਹੋ ਰਿਹਾਗਾ। In 1948 he graduated with a Bachelor of Arts degree in Sociology। 1948 ਦੇ ਵਿੱਚ ਉਹ ਗ੍ਰੈਜੂਏਟ ਹੋ ਗਿਆ, ਬੈਚਲਰ ਆਰਟਸ ਕਰ ਲਈ ਉਹਨੇ। Later King began doctoral studies in systematic technology at Boston University and received his Doctor of Philosophy June 5, 1955। 1955 ਦੇ ਵਿੱਚ ਉਹਨੇ ਡਾਕਟਰ ਦੀ ਡਿਗਰੀ ਵੀ ਲੈ ਲਈ। King married Coretta Scott। 19 ਤਰੀਕ ਨੂੰ ਉਹਦਾ ਵਿਆਹ ਹੋ ਗਿਆ and they had 4 children, ਤੇ ਉਹਨਾਂ ਦੇ 4 ਬੱਚੇ ਹੋ ਗਏ। ਆ ਜਾਓ ਮੇਰੇ ਕੋਲ ਸਕਰੀਨ ਤੇ। ਸਾਰਾ ਪੈਰਾਗ੍ਰਾਫ ਪੜਾਇਆ, ਟ੍ਰਾਂਸਲੇਸ਼ਨ ਦੱਸੀ, ਕੋਈ ਕਿੰਗ ਹੈ ਉਹਦਾ ਨਾਮ ਦੱਸਦਾ, ਕਿੱਥੇ ਪੈਦਾ ਹੋਇਆ ਉਹ ਦੱਸਦਾ, ਉਹਦੇ ਮਾਤਾ ਪਿਤਾ ਭੈਣ ਭਰਾ ਦੱਸਦੇ, ਉਹਦੀ ਸਕੂਲਿੰਗ ਦੱਸਦੀ, ਉਹਦਾ ਬੈਕਗਰਾਉਂਡ ਇਹ ਦੱਸਦਾ ਕਿ ਉਹ ਜਦੋਂ ਕਾਲੇ ਸੀ ਜਿਹੜੇ, ਉਹਨੂੰ ਬੜੀ ਟੈਨਸ਼ਨ ਹੁੰਦੀ ਸੀ ਵੀ, ਕਿਉਂਕਿ ਦੇਖੋ ਗੋਰੇ ਤੇ ਕਾਲਿਆਂ 'ਚ ਨਾ ਭੇਦਭਾਵ ਬਹੁਤ ਕਰਿਆ ਜਾਂਦਾ ਹੁੰਦਾ ਹੈ ਵੀ ਕਾਲੇ ਨੇ ਜਿਹੜੇ ਉਹ ਕੀ ਕਰਦੇ ਸੀਗੇ, ਉਹਨਾਂ ਨੂੰ ਪਰੇ ਮਾਰਦੇ, ਆਪਣੇ ਜਿਹੜੇ ਗੋਰੇ ਸੀ ਉਹ ਕਾਲੇ ਨੂੰ ਪਰਾਂ ਮਾਰਦੇ ਵੀ, ਉਹਨਾਂ ਨੇ ਟਾਇਲਟਸ ਵੀ ਅਲੱਗ ਨੇ, ਸਿਨੇਮਾ 'ਚ ਵੀ ਉਹਨਾਂ ਨੂੰ ਪ੍ਰੋਪਰ ਦੇ ਰਾਈਟ ਨਹੀਂ। ਜੇ ਬੱਸ ਸਾਰੀ ਭਰੀ ਹੋਈ ਹੈ ਤਾਂ ਬਲੈਕ ਹੈ ਜਿਹੜਾ ਨਾ, ਉਹਨੂੰ ਖੜਾ ਹੋਣਾ ਪਊਗਾ ਗੋਰੇ ਨੂੰ ਸੀਟ ਦੇਣ ਦੇ ਲਈ। ਤਾਂ ਸਾਰੇ ਦੇ ਵਿੱਚ ਕਿੰਗ ਦੀ ਲਾਈਫ ਨਾਲ ਜੁੜੀਆਂ ਗੱਲਾਂ, ਤੇ ਉਹ ਇਹ ਸੋਚ ਰਹੇ ਸੀ ਵੀ ਬੇਇਨਸਾਫੀ ਕਿਉਂ ਹੋ ਰਹੀ ਹੈ। ਹੁਣ ਆਪਾਂ ਲਿਸਟ ਆਫ ਹੈਡਿੰਗ ਦੇ ਉੱਤੇ ਆਵਾਂਗੇ, ਤੇ ਕੋਈ ਵੀ ਬੱਚਾ ਐਵੇਂ ਨਹੀਂ ਫਾਈਂਡ ਕਰੂਗਾ ਕਿ ਮੇਰਾ ਆਨਸਰ ਆ ਹੈ। ਆਪਾਂ ਇਹ ਫਾਈਂਡ ਕਰਾਂਗੇ ਕਿ ਮੇਰਾ ਆਨਸਰ ਆ ਤਾਂ ਹੈ ਨਹੀਂਗਾ, ਮੇਰਾ ਆਨਸਰ ਆ ਨਹੀਂ ਹੈਗਾ, ਐਲੀਮੀਨੇਸ਼ਨ ਮੈਥਡ। ਤੇ ਜਿਹੜਾ ਆਪਣਾ ਆਨਸਰ ਹੋਏਗਾ ਐਕੂਰੇਟ, ਬਿਲਕੁਲ ਅਲੱਗ ਚਮਕਣਾ ਸ਼ੁਰੂ ਹੋ ਜਾਊਗਾ। ਆਪਾਂ ਕਰਕੇ ਦੇਖਦੇ ਹਾਂ। ਦੇਖੋ ਆਜੋ, ਆ ਰਿਹਾ, ਧਿਆਨ ਨਾਲ ਦੇਖੋ। ਬਲੈਕ ਸਟਰੀਟ ਰਿਪੇਅਰਮੈਨ, ਕੋਈ ਬਲੈਕ ਸਟਰੀਟ ਰਿਪੇਅਰਮੈਨ ਦੀ ਤਾਂ ਕੋਈ ਗੱਲ ਹੀ ਨਹੀਂ ਕਰੀ, ਮਤਲਬ ਕਿ ਆਪਣਾ ਆਨਸਰ ਇਹ ਤਾਂ ਹੈ ਨਹੀਂਗਾ। ਡਿਫਿਕਲਟ ਚਾਈਲਡਹੁੱਡ, ਮਤਲਬ ਕਿ ਚਾਈਲਡਹੁੱਡ ਤਾਂ ਉਹਦਾ ਦੱਸਿਆ ਸੀ, ਪਰ ਡਿਫਿਕਲਟ ਤਾਂ ਕੋਈ ਗੱਲ ਨਹੀਂ ਕਰੀ ਨਾ, ਉਹ ਤਾਂ ਆਰਾਮ ਨਾਲ ਜ਼ਿੰਦਗੀ ਜੀ ਰਹੇ ਸੀ ਆਪਣੀ। ਮੇਕਿੰਗ ਹਿਜ਼ ਮਾਰਕ ਇੰਟਰਨੈਸ਼ਨਲੀ, ਉਹ ਇੰਟਰਨੈਸ਼ਨਲ ਵੀ ਨਹੀਂ ਗਿਆ ਹੈਗਾ। The background of an iconic man, ਤਾਂ ਐਕੂਰੇਟ ਆਨਸਰ 5th ਹੈ ਆਪਣਾ। ਪਰ ਆਪਾਂ ਚਲੋ ਇੱਕ ਵਾਰ ਉੱਪਰਲੇ ਮੈਂ ਪੜ੍ਹ ਕੇ ਦੱਸਦਾ ਨਾ। ਪ੍ਰੋਟੈਸਟ ਐਂਡ ਐਕਸ਼ਨ, ਕੋਈ ਪ੍ਰੋਟੈਸਟ ਨਹੀਂ ਕਰਿਆ, ਟ੍ਰੈਜਿਕ ਵੀ ਨਹੀਂ ਹੋਇਆ, ਅਨਹੈਪੀ ਵੀ ਨਹੀਂ ਹੋਇਆ, ਮੈਮੋਰੇਬਲ, ਇਹ ਸਪੀਚ ਹੈ, ਉਰੇ ਐਚ ਆਊਗੀ ਨਾਲ, ਠੀਕ ਹੈ, ਇਹ ਮਿਸਟੇਕ ਚ ਪਾਈ ਨਹੀਂ ਗਈ, ਉਰੇ ਐਚ ਆਏਗੀ। ਮਤਲਬ ਧਿਆਨ ਨਾਲ ਦੇਖੋ, ਕੋਈ ਵੀ ਨਹੀਂ ਮੈਚ ਕਰ ਰਿਹਾ ਸਿਵਾਏ ਇੱਕ 5th ਦੇ, ਦਾ ਬੈਕਗਰਾਉਂਡ ਆਫ ਐਨ ਆਈਕੋਨਿਕ ਮੈਨ। ਸਾਰਾ ਬੈਕਗਰਾਉਂਡ ਦੱਸਿਆ ਉਹਦਾ, ਉਹਦੇ ਮਾਤਾ ਪਿਤਾ, ਸਟੱਡੀ, ਕਾਲਜ, ਉਹਦਾ ਵਿਆਹ, ਬੱਚੇ, ਈਚ ਐਂਡ ਐਵਰੀਥਿੰਗ। ਤੇ ਜਿਹੜਾ ਆਪਣਾ ਐਕੂਰੇਟ 35 ਹੈ, ਉਹਦਾ ਆਨਸਰ ਆਪਣਾ 5th ਹੋ ਗਿਆ। ਤੇ ਆਪਾਂ ਰੋਮਨ ਦੇ ਵਿੱਚ ਲਾਉਣਾ ਹੈਗਾ, ਇਹ ਗੱਲ ਯਾਦ ਰੱਖਿਓ। ਤਾਂ ਪਹਿਲਾ ਆਨਸਰ ਆਪਣਾ ਦਾ ਬੈਕਗਰਾਉਂਡ ਆਫ ਐਨ ਆਈਕੋਨਿਕ ਮੈਨ। ਕਿਸੇ ਨੂੰ ਪ੍ਰੋਬਲਮ ਆਨਸਰ ਨੂੰ ਲੈ ਕੇ? ਕਮ ਔਨ, ਓਕੇ, ਡਨ ਹੈ। ਪੈਰਾਗ੍ਰਾਫ ਬੀ ਪੜਾਵਾਂ? ਚਲੋ, ਜੇ ਕੋਈ ਵੀ ਡਾਊਟ ਹੁੰਦਾ ਹੈ ਇੱਕ ਕੁਐਸਚਨ ਤੋਂ ਬਾਅਦ, ਮਤਲਬ ਕਿ ਪੂਰਾ ਕਰਾਉਣ ਤੋਂ ਬਾਅਦ ਮੈਂ ਪੁੱਛ ਸਕਦਾ, ਫਿਰ ਤੁਸੀਂ ਮੈਨੂੰ ਪੁੱਛ ਸਕਦੇ ਹੋ, ਠੀਕ ਹੈ। ਇੱਕ ਵਾਰ ਇਹਨੂੰ ਕੰਪਲੀਟ ਕਰਕੇ ਪੈਰਾਗ੍ਰਾਫ ਬੀ ਪੜ੍ਹਦੇ ਹਾਂ ਪੁੱਤ ਆਪਾਂ, ਤੇ ਮੈਂ ਵੀਡੀਓ YouTube ਤੇ ਵੀ ਪਾਉਣੀ ਹੈਗੀ ਰੀਡਿੰਗ ਦੀ, ਡਿਸਕਸ਼ਨ ਦੀ। ਰਿਟਰਨਿੰਗ ਟੂ ਦਾ ਸਾਊਥ ਟੂ ਬਿਕਮ ਪਾਸਚਰ, ਜਿਹੜੇ ਪਾਸਚਰਸ ਹੁੰਦੇ ਨੇ, ਜਿਹੜੇ ਆਪਣੇ ਚਰਚ ਚ ਹੁੰਦੇ ਨੇ, ਜਿਵੇਂ ਪਾਦਰੀ, ਉਹਨਾਂ ਨੂੰ ਕਹਿੰਦੇ ਨੇ, ਠੀਕ ਹੈ। ਆਫ ਅ ਬੈਪਟਿਸਟ ਚਰਚ ਇਨ ਮੋਂਟਗੋਮਰੀ ਅਲਬਾਮਾ। ਤੁਸੀਂ ਦੇਖੋ ਨਾਮ ਕਿੰਨੇ ਕਿੰਨੇ ਟਫ ਨੇ, ਤੁਸੀਂ ਚਾਹੇ ਪ੍ਰੋਨੰਸੀਏਸ਼ਨ ਆਉਂਦੀ ਹੈ ਚਾਹੇ ਨਹੀਂ ਆਉਂਦੀ, ਮੈਟਰ ਨਹੀਂ ਕਰਦਾ, ਆਪਾਂ ਬਸ ਇਹ ਲੱਭਣਾ ਕਰੀ ਕੀ ਜਾਂਦੇ ਨੇ ਇਹ। ਕਿੰਗ ਫਸਟ ਅਚੀਵਡ ਨੈਸ਼ਨਲ ਰੀਔਨ ਵੈਨ ਹੀ ਹੈਲਪਡ ਮੋਬਿਲਾਈਜ਼ ਦਾ ਬਲੈਕ ਬਾਇਕਾਟ। ਜਿਹੜਾ ਕਿੰਗ ਸੀ ਨਾ, ਉਹਦੀ ਸਭ ਤੋਂ ਪਹਿਲਾਂ ਵੱਡੀ ਕਾਮਯਾਬੀ ਇਹ ਸੀਗੀ ਜਦੋਂ ਉਹਨੇ ਬਲੈਕ ਮੋਬਿਲਾਈਜ਼ ਦਾ ਬਲੈਕ ਦਾ ਬਾਇਕਾਟ ਕਰਿਆ ਸੀਗਾ ਮੋਂਟਗੋਮਰੀ ਬੱਸ ਸਿਸਟਮ ਇਨ 1955। ਜਦੋਂ 1955 ਦੇ ਵਿੱਚ ਉਹਨਾਂ ਨੇ ਨਾ, ਜਿਹੜੀ ਬੱਸਿਸ ਦੇ ਵਿੱਚ ਵੀ ਸਾਰੇ ਕਾਲੇ ਬਹਿੰਦੇ ਸੀਗੇ, ਜੇ ਗੋਰਾ ਆ ਗਿਆ ਸਾਨੂੰ ਖੜੇ ਹੋਣਾ ਪੈਂਦਾ ਸੀ, ਉਹਨਾਂ ਨੇ ਬਾਇਕਾਟ ਕਰਤਾ ਕਿ ਅੱਜ ਤੋਂ ਬਾਅਦ ਇਸ ਬੱਸ ਦੇ ਵਿੱਚ ਸਾਡਾ ਕੋਈ ਕਾਲਾ ਬਹਿੰਦਾ ਹੀ ਨਹੀਂ ਹੈਗਾ।
This was organized after Rosa Parks, a black woman, एक black woman सी Rosa Parks, refused to give up her seat on the bus to a white man. उन्हें मना करता white man ਨੂੰ ਕਿ ਮੈਂ ਤਾਂ ਤੈਨੂੰ ਸੀਟ ਛੱਡਦੀ ਨਹੀਂ ਹੈਗੀ. In the segregated South, black people could only sit at the back of the bus. The 382-day boycott, 382 ਦਿਨ ਦਾ ਬਾਈਕਾਟ ਚੱਲਿਆ, 1 ਸਾਲ ਤੋਂ ਵੱਧ ਜਿਹੜੇ ਕਾਲੇ ਲੋਕ ਸੀ ਜਿਹੜੇ ਉਹਨਾਂ ਨੇ ਬੈਠਣਾ ਹੀ ਬੰਦ ਕਰਤਾ ਬੱਸ ਦੇ ਵਿੱਚ, ਉਹਨਾਂ ਨੇ ਬਾਈਕਾਟ ਕਰਤਾ ਉਹਨਾਂ ਨਾਲ ਕਿ ਅਸੀਂ ਤੁਹਾਡੀ ਬੱਸ 'ਚ ਨਹੀਂ ਬਹਿੰਦੇ, ਕਿਉਂਕਿ ਜਦੋਂ ਅਸੀਂ ਬੈਠੇ ਹੁੰਦੇ ਆ ਜੇ ਵਾਈਟ ਪੀਪਲ ਆ ਜੇ ਤੁਸੀਂ ਕੀ ਕਰਦੇ ਹੋ, ਸਾਨੂੰ ਉਠਾ ਦਿੰਦੇ ਹੋ, ਅਸੀਂ ਤੁਹਾਡੀ ਬੱਸ 'ਚ ਨਹੀਂ ਬਹਿੰਦੇ ਹੈਗੇ। ਉਹ ਕਹਿੰਦੇ 382 ਡੇਜ਼ ਦਾ ਬਾਈਕਾਟ ਹੋਇਆ। then ਬੱਸ ਕੰਪਨੀ ਟੂ ਚੇਂਜ ਇਟਸ ਰੈਗੂਲੇਸ਼ਨਸ, ਤੇ ਫਿਰ ਬੱਸ ਕੰਪਨੀ ਨੂੰ ਪਤਾ ਲੱਗਿਆ ਹੁਣ ਘਾਟਾ ਪੈਣ ਲੱਗਾ, ਸਾਡੇ ਕੋਲ ਤਾਂ ਸਵਾਰੀਆਂ ਨਹੀਂ ਆਉਂਦੀਆਂ, ਉਹਨਾਂ ਨੇ ਕੀ ਕੀਤਾ ਰੈਗੂਲੇਸ਼ਨਸ ਨੂੰ ਚੇਂਜ ਕੀਤਾ। ਐਂਡ ਦਾ ਸੁਪਰੀਮ ਕੋਰਟ ਨੇ ਵੀ ਡਿਕਲੇਅਰ ਕਰਤਾ ਸੱਚ ਸੈਜਰੇਸ਼ਨ ਅਨਕਨਸਟੀਟਿਊਸ਼ਨਲ। ਉਹ ਕਹਿੰਦੇ ਵੀ ਸੁਪਰੀਮ ਕੋਰਟ ਨੇ ਵੀ ਫੈਸਲਾ ਦਿੱਤਾ ਵੀ ਕਿਸੇ ਕਾਲੇ ਨੂੰ ਖੜਾ ਹੋਣ ਦੀ ਲੋੜ ਨਹੀਂ ਹੈਗੀ ਜੇ ਗੋਰਾ ਆਊਗਾ। ਇਹ ਤਾਂ ਰਿਜ਼ਲਟ ਮਿਲਿਆ ਕਿਉਂਕਿ ਉਹਨਾਂ ਨੇ ਪਹਿਲਾਂ 382 ਦਿਨ ਦਾ ਬਾਈਕਾਟ ਵੀ ਤਾਂ ਕਰਿਆ ਸੀ ਨਾ, ਉਹਨਾਂ ਨੂੰ ਸੇਕ ਲੱਗਿਆ ਮੜਾ ਜਾ। ਹੁਣ ਅੱਜ ਕੱਲ ਜਿਵੇਂ ਆਪਣੇ ਕਿਸਾਨ ਬੈਠੇ ਨੇ ਦਿੱਲੀ, ਜੀਓ ਦਾ ਬਾਈਕਾਟ ਕਰਕੇ ਕਿੰਨੀਆਂ ਚੀਜ਼ਾਂ ਦਾ ਬਾਈਕਾਟ ਕਰਤਾ, ਰਿਲਾਇੰਸ ਦਾ ਕਿੰਨਾ ਕਰਤਾ। ਮਤਲਬ ਕੀ ਹੈਗਾ ਕਿ ਅਸਲ ਦੇ ਵਿੱਚ ਕੀ ਹੋ ਰਿਹਾ ਹੈਗਾ, ਇਹ ਟੂ ਬੀ ਵੈਰੀ ਓਨੈਸਟ ਇਹਨਾਂ ਨੇ ਬੱਸ ਦਾ ਬਾਈਕਾਟ ਕਰਿਆ ਕਿ ਸਾਨੂੰ ਤੁਸੀਂ ਪ੍ਰੋਪਰ ਰਾਈਟ ਨਹੀਂ ਦਿੰਦੇ, ਇਸ ਕਰਕੇ ਅਸੀਂ ਤੁਹਾਡੀ ਬੱਸ 'ਚ ਚੜ੍ਹਦੇ ਹੀ ਨਹੀਂ ਹੈਗੇ। ਤਾਂ ਹੁਣ ਇਹਦਾ ਕੀ ਕਨਕਲੂਜਨ ਨਿਕਲਿਆ, ਆਜੋ ਲਿਸਟ ਆਫ ਹੈਡਿੰਗ। ਬਲੈਕ ਸਟਰੀਟ ਰਿਪੇਅਰਮੈਨ ਤਾਂ ਬਿਲਕੁਲ ਵੀ ਨਹੀਂ ਆ ਸਕਦਾ, खत्म। डिफिकल्ट चाइल्डहुड भी नहीं आ सकता, खत्म। मेकिंग हिज मार्क इंटरनेशनली ये भी नहीं आ सकता, ये तो जमी नहीं आ सकता। हुण प्रोटेस्टिज एंड एक्शन, तुसी ध्यान नाल देखो ये च आंसर लुकिया पिएगा फोर्थ। प्रोटेस्ट हुंदा है अपना रोस प्रगट करना। 382 दिन ਤਾਂ ਪ੍ਰੋਟੈਸਟ ਹੋਇਆ ਸੀ ਨਾ, ਬਾਈਕਾਟ ਹੋ ਗਿਆ ਜਦੋਂ, ਤੇ ਉਸ ਤੋਂ ਬਾਅਦ ਐਕਸ਼ਨ ਕੀ ਹੋ ਗਿਆ, ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਵੀ ਕਾਲਾ ਜਿਹੜਾ ਉਹ ਖੜਾ ਨਹੀਂ ਹੋਊਗਾ। ਜੇ ਤੁਹਾਨੂੰ ਲੱਗਦਾ ਸਰ ਫੋਰਥ ਆਨਸਰ ਨਹੀਂ ਆ ਸਕਦਾ, ਮੈਚ ਕਰਕੇ ਦੇਖ ਲਓ। ਟ੍ਰੈਜਿਕ ਇਨਸੀਡੈਂਟ ਕੋਈ ਨਹੀਂ ਹੋਇਆ, ਅਨਹੈਪੀ ਅਬਾਊਟ ਵਾਇਲੈਂਸ ਕੋਈ ਵੀ ਨਹੀਂ ਹੋਇਆ, ਮੈਮੋਰੇਬਲ ਸਪੀਚ ਕੋਈ ਵੀ ਨਹੀਂ ਹੋਇਆ। ਤਾਂ ਐਕੂਰੇਟ ਜਿਹੜਾ ਆਨਸਰ ਬਣਿਆ ਉਹ ਪ੍ਰੋਟੈਸਟਿਜ਼ ਐਂਡ ਐਕਸ਼ਨ ਬਣਿਆ। ਇਹਦਾ ਸਭ ਤੋਂ ਵੱਡਾ ਰੀਜ਼ਨ ਇਹੀ ਹੈਗਾ ਤਾਂ ਬਣਿਆ ਪੁੱਤ, ਕਿਉਂਕਿ ਜਦੋਂ ਉਹਨੇ ਕਿਹਾ ਸੀ ਵੀ 382 ਦਿਨ ਦਾ ਬਾਈਕਾਟ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਰਿਜ਼ਲਟ ਮਿਲ ਗਿਆ ਸੀਗਾ, ਸੁਪਰੀਮ ਕੋਰਟ ਨੇ ਫੈਸਲਾ ਉਹਨਾਂ ਦੇ ਹੱਕ 'ਚ ਸੁਣਾਤਾ ਸੀ, ਤਾਂ ਮਤਲਬ ਕਿ ਐਕਸ਼ਨ ਵੀ ਹੋ ਗਿਆ ਸੀ ਉਹਦੇ ਉੱਤੇ। ਤਾਂ ਐਕੂਰੇਟ ਜਿਹੜਾ ਆਪਣਾ ਆਨਸਰ ਹੈ 36 ਦਾ, ਉਹ ਫੋਰਥ ਆਨਸਰ ਹੈ। ਹਾਂਜੀ, ਲੱਗਿਆ ਪਤਾ ਕੁਛ ਮਾੜਾ ਮੋਟਾ? ਤੁਸੀਂ ਇੱਕ ਚੀਜ਼ ਦੇਖੋ, ਮੈਂ ਕੀ ਕਰ ਰਿਹਾ, ਇੱਕ ਪੈਰਾ ਪੜ੍ਹ ਰਿਹਾ, ਉਹਦੀ ਟ੍ਰਾਂਸਲੇਸ਼ਨ ਕਰ ਰਿਹਾ ਐਕੂਰੇਟਲੀ, ਆ ਕੇ ਮੈਂ ਆਪਣੀ ਲਿਸਟ ਆਫ ਹੈਡਿੰਗ ਤੇ ਆ ਰਿਹਾ, ਮੈਂ ਮੈਚ ਕਰ ਰਿਹਾ, ਤੇ ਜੇ ਮੈਨੂੰ ਲੱਗਦਾ ਹੈ ਕੋਈ ਮਤਲਬ ਕਿ ਟੂ ਬੀ ਵੈਰੀ ਓਨੈਸਟ ਵੀ ਇਹ ਆਨਸਰ ਆ ਸਕਦਾ ਜਾਂ ਨਹੀਂ ਆ ਸਕਦਾ, ਤਾਂ ਮੈਂ ਐਲੀਮੀਨੇਸ਼ਨ ਮੈਥਡ ਯੂਜ਼ ਕਰ ਰਿਹਾ ਵੀ ਇਹ ਵੀ ਨਹੀਂ, ਤੇ ਜਿਹੜਾ ਐਕੂਰੇਟ ਆਨਸਰ ਹੁੰਦਾ ਮੇਰੇ ਸਾਹਮਣੇ ਆ ਜਾਂਦਾ। ਤਾਂ ਮੈਂ ਇਹੀ ਚਾਹੁੰਦਾ ਕਿ ਤੁਹਾਨੂੰ ਪਤਾ ਹੋਵੇ ਕਿ ਆਪਾਂ ਆਨਸਰ ਨੂੰ ਕਿਵੇਂ ਕੱਢਣਾ ਹੈਗਾ। ਪੈਰਾਗ੍ਰਾਫ ਸੀ ਪੜਾਵਾਂ, ਤੇ ਇੱਕ ਗੱਲ ਸੁਣ ਲਓ, ਬਹੁਤ ਜ਼ਿਆਦਾ ਗੌਰ ਨਾਲ ਪੈਰਾਗ੍ਰਾਫ ਪੜ੍ਹੀਦਾ ਹੁੰਦਾ ਹੈਗਾ। ਇਹਦਾ ਸਭ ਤੋਂ ਜ਼ਿਆਦਾ ਫਾਇਦਾ ਕੀ ਹੁੰਦਾ ਹੈ, ਹੁਣ ਜਿਹੜੇ ਬਾਕੀ ਦੇ 8 ਕੁਐਸਚਨ ਨੇ ਨਾ, 8 ਕੁਐਸਚਨ ਜਿਵੇਂ MCQ ਜਾਂ ਟਰੂ ਫਾਲਸ, ਇਹ ਉਹੀ ਬੱਚਾ ਸੋਲਵ ਕਰੂਗਾ ਜਿਹੜਾ ਬੱਚਾ ਇਹਨਾਂ ਨੂੰ ਪ੍ਰੋਪਰਲੀ ਅੱਛੇ ਤਰੀਕੇ ਨਾਲ ਸੋਲਵ ਕਰ ਲੇਗਾ। ਪਹਿਲਾਂ ਪੈਰਾਗ੍ਰਾਫ ਸੀ ਤੇ ਆਉਣਾ, ਤਾਂ ਉਮੀਦ ਕਰੂੰਗਾ ਕਿ ਤੁਹਾਨੂੰ ਪਤਾ ਲੱਗਿਆ ਵੀ ਹਾਂ ਸੀ ਕੀ। ਹਾਂਜੀ ਫਾਈਨ, ਆਵਾਜ਼ ਨਹੀਂ ਆ ਰਹੀ ਮੈਨੂੰ, ਕੌਣ ਪੁੱਛ ਰਿਹਾ ਕੁਐਸਚਨ? ਰਮਨ ਮਿਊਟ ਲੱਗ ਰਿਹਾ ਤੁਹਾਡਾ, ਯੂ ਕੈਨ ਆਸਕ ਇਫ ਯੂ ਵਾਂਟ। ਮਿਊਟ ਹਟਾਓ ਬੱਚੇ। ਓਕੇ ਸੌਰੀ ਸਰ। ਜਿਹੜੇ ਕੁਐਸਚਨ ਰਹਿ ਗਏ ਸਰ ਹਨਾ, ਉਹ ਆਪਾਂ ਐਂਡ ਤੇ ਹੀ ਪੜਾਂਗੇ, ਕਿਹੜੇ ਰਹਿ ਗਏ? ਸਾਰੇ ਲਿਸਟ ਆਫ ਹੈਡਿੰਗ ਕਰਨ ਤੋਂ ਬਾਅਦ ਏਸੀ ਦੇ ਪੈਸੇਜ ਦੇ। ਮੇਰੇ ਕਹਿਣ ਦਾ ਮਤਲਬ ਇਹ ਹੈ, ਆਪਾਂ ਲਿਸਟ ਆਫ ਹੈਡਿੰਗ ਸਭ ਤੋਂ ਪਹਿਲਾਂ ਤਾਂ ਕਰ ਰਹੇ ਹਾਂ ਕਿਉਂਕਿ ਜਿਹੜੇ ਬਾਕੀ ਦੇ ਕੁਐਸਚਨ ਨੇ ਨਾ, ਉਹ ਆਟੋਮੈਟਿਕਲੀ ਲਿਸਟ ਆਫ ਹੈਡਿੰਗ ਦੇ ਵਿੱਚ ਹੀ ਆ ਜਾਣਗੇ। ਮੇਰੀ ਗੱਲ ਸੁਣੋ, ਆਪਾਂ ਹੁਣ ਪੈਰਾਗ੍ਰਾਫ A ਤੇ B ਪੜ੍ਹੇ ਨਾ ਜੀ, ਆਪਣਾ C D E F, ਮੈਨੂੰ ਲੱਗਦਾ 4 ਪੈਰਾਗ੍ਰਾਫ ਆਪਣੇ ਰਹਿੰਦੇ ਆ। ਜਦੋਂ ਆਪਣੇ 4 ਪੈਰਾਗ੍ਰਾਫ ਪੜ੍ਹ ਲਏ ਤਾਂ ਸਾਰੇ ਬੱਚੇ 100% ਸ਼ੋਰ ਹੋ ਜਾਣਗੇ ਕਿ ਆਹ 6 ਕੁਐਸਚਨ ਤਾਂ ਕਰ ਲਏ, ਜਿਹੜੇ ਅਗਲੇ ਆਪਣੇ ਕੋਲ 8 ਕੁਐਸਚਨ ਨੇ ਨਾ, ਉਹ ਵੀ ਇਹਨਾਂ ਦੇ ਵਿੱਚੋਂ ਹੀ ਆ ਜਾਣਗੇ। this is a way to learn, this is the best way to learn reading, clear? ਚਲੋ ਜੀ, ਪਲੀਜ਼ ਅਪ ਅਨਮਿਊਟ। ਹਾਂਜੀ ਮੈਨੂੰ ਬੋਲੋ ਪਲੀਜ਼, ਬੋਲੋ ਕੌਣ ਹੈ?
ਸਰ ਜਿਹੜੀ ਅੱਜ ਵਾਲੀ ਰੀਡਿੰਗ ਸੀ ਨਾ ਉਹਦੇ ਵਿੱਚ ਮਤਲਬ ਇਦਾਂ ਹੀ ਪੈਰਾਗ੍ਰਾਫ ਸੀਗੇ, ਉਹਦੇ ਵਿੱਚ MCQ ਪੁੱਛੇ ਸੀ, ਪਹਿਲਾਂ ਟਰੂ ਫਾਲਸ ਆ ਗਏ ਸੀਗੇ ਤੇ ਮਤਲਬ ਉਹਦੇ ਵਿੱਚ ਹੈਡਿੰਗ ਨਹੀਂ ਹੈਗੇ ਸੀ, ਉਹਦੇ ਚ ਪ੍ਰੋਬਲਮ ਹੋ ਗਈ ਸੀ। ਮਤਲਬ ਇਹ ਸਾਰੇ ਪੈਰਾਗ੍ਰਾਫ ਪੜ੍ਹੀ ਉਵੇਂ ਜਿਹੜੇ MCQ ਸੋਲਵ ਕਰਨੇ ਸੀ। ਤੁਹਾਨੂੰ ਉਹ ਵੀ ਮੈਥਡ ਸਿਖਾ ਦੂੰਗਾ। ਪਹਿਲਾਂ ਇੱਕ ਆਹ ਮੈਥਡ ਸਿੱਖ ਲਓ ਕਿ ਜਿਹੜੇ ਪੈਰਾਗ੍ਰਾਫ ਦੇ ਵਿੱਚ ਲਿਸਟ ਆਫ ਹੈਡਿੰਗ ਆ ਗਿਆ, ਸਭ ਤੋਂ ਪਹਿਲਾਂ ਲਿਸਟ ਆਫ ਹੈਡਿੰਗ ਨੂੰ ਪੜ੍ਹ ਲਓ, ਕਿਉਂਕਿ ਇੱਕ ਪੈਰਾਗ੍ਰਾਫ ਦੇ ਵਿੱਚ 13 ਤੋਂ 14 ਕੁਐਸਚਨ ਹੁੰਦੇ ਨੇ। ਜੇ ਤੁਸੀਂ ਲਿਸਟ ਆਫ ਹੈਡਿੰਗ ਮੰਨ ਲਓ 6 ਲਿਸਟ ਆਫ ਹੈਡਿੰਗ ਨੇ, ਉਹ ਕਰ ਲਏ ਤਾਂ ਜਿਹੜੇ ਬਾਕੀ ਦੇ 8 ਕੁਐਸਚਨ ਨੇ ਉਹ ਤੁਸੀਂ ਚੁਟਕੀ ਨਾਲ ਕਰ ਦੋਗੇ। ਜੇ ਮੰਨ ਕੇ ਚਲੋ ਪੈਰਾਗ੍ਰਾਫ ਦੇ ਵਿੱਚ MCQ ਤੇ ਕਦੇ ਟਰੂ ਫਾਲਸ ਨੇ, ਹੈਡਿੰਗ ਹੈ ਨਹੀਂਗੇ, ਫਿਰ ਤੁਹਾਨੂੰ ਲੋਕੇਸ਼ਨ ਤੇ ਲੱਭਣੇ ਵੀ ਸਿਖਾਉਂਗਾ ਕਿ ਕੱਲੇ ਕੱਲੇ ਕਿਵੇਂ ਲੱਭੀਦੇ ਹੁੰਦੇ ਆ। ਠੀਕ ਹੈ, ਅੱਜ ਦਾ ਡਿਸਕਸ਼ਨ ਦੇ ਤੁਹਾਨੂੰ 3 ਕਾਈਂਡ ਸਿਖਾਉਣ ਤੇ ਲੱਗ ਰਿਹਾ। ਮੈਂ ਕਰਾਂ ਅਗਲਾ ਕੁਐਸਚਨ, ਪੈਰਾਗ੍ਰਾਫ C। ਸੌਰੀ ਸਰ, ਜਿੱਦਾਂ ਹੀ ਲਿਸਟ ਆਫ ਹੈਡਿੰਗ ਹੋਈ ਸਿੰਗਲ ਸਿੰਗਲ ਪੜ੍ਹ ਲਈਏ, ਇੱਕ ਵਾਰ ਚ ਸਾਰੇ ਪਹਿਲੇ ਪੜ੍ਹੀਏ ਫਿਰ ਉਸ ਤੋਂ ਬਾਅਦ ਸੋਲਵ ਕਰੀਏ? ਸਮਝੇ ਨਹੀਂ, ਥੋੜਾ ਦੁਬਾਰੇ ਪੁੱਛੋ। ਮਤਲਬ ਜਿੱਦਾਂ ਲਿਸਟ ਆਫ ਹੈਡਿੰਗ ਆ, ਉਹਦਾ ਇੱਕ ਇੱਕ ਪੈਰਾਗ੍ਰਾਫ ਪੜ੍ਹ ਕੇ ਸੋਲਵ ਕਰੀਏ ਕਿ ਸਾਰੇ ਪਹਿਲੇ ਪੜ੍ਹੀਏ? ਇੱਕ ਇੱਕ ਕਰਕੇ ਕਰਨਾ ਪਊਗਾ, ਸਾਰੇ ਕਰਕੇ ਤਾਂ ਤੁਸੀਂ ਕਨਫਿਊਜ਼ ਹੀ ਹੋ ਜਾਓਗੇ। ਤੁਹਾਨੂੰ ਕਿਵੇਂ ਪਤਾ ਲੱਗੂ ਵੀ ਕਿਹੜੇ ਦਾ ਆਨਸਰ ਕੀ ਹੈਗਾ? ਕਰਨਾ ਹੀ ਇੱਕ ਇੱਕ ਕਰਕੇ ਪੈਂਦਾ ਹੈ। ਠੀਕ ਹੈ ਨਾ। ਹੁਣ ਮੈਂ ਪੈਰਾਗ੍ਰਾਫ C ਪੜੂੰਗਾ। ਹੁਣ ਇੱਕ ਗੱਲ ਸੁਣੋ, ਮੈਂ ਬਹੁਤ ਅੱਛੇ ਤਰੀਕੇ ਨਾਲ ਪੜੂੰਗਾ, ਉਸ ਤੋਂ ਬਾਅਦ ਮੈਂ ਤੁਹਾਨੂੰ ਲਿਸਟ ਆਫ ਹੈਡਿੰਗ ਤੇ ਲਿਆਉਂਗਾ, ਤੁਸੀਂ ਆਪ ਚੂਜ਼ ਕਰਕੇ ਦਿਖਾਈਓ ਵੀ ਸਰ ਲਿਸਟ ਆਫ ਹੈਡਿੰਗ ਸਾਨੂੰ ਕਿਹੜਾ ਲੱਗਦਾ ਹੈ। ਠੀਕ ਹੈ, ਫਿਰ ਪਤਾ ਤਾਂ ਲੱਗੂਗਾ ਵੀ ਤੁਹਾਨੂੰ ਥੋੜਾ ਦਿਮਾਗ ਚੱਲਦਾ ਹੈ ਕਿ ਕਿਵੇਂ। ਅੰਡਰਸਟੈਂਡ ਕਰੋ। ਮਿਊਟ। ਲਓ ਜੀ, ਪੈਰਾਗ੍ਰਾਫ C। In 1957, King was active in the organization of the Southern Leadership Christian Conference. ਇਹਦਾ ਨਾਮ ਛੋਟਾ ਲਿਖਤਾ ਉਹਨੇ, SCLC, formed to coordinate protests against discrimination. ਹੁਣ ਉਹ ਜਿਹੜਾ ਕਿੰਗ ਸੀਗਾ ਨਾ, ਉਹਨੇ 1957 ਦੇ ਵਿੱਚ ਇੱਕ ਪ੍ਰੋਟੈਸਟ ਕਰਨਾ ਸ਼ੁਰੂ ਕਰਤਾ। ਪ੍ਰੋਟੈਸਟ ਮਤਲਬ ਕੀ ਹੋ ਗਿਆ ਕਿ ਉਹਨੇ ਧਰਨੇ ਲਾਉਣੇ ਸ਼ੁਰੂ ਕਰਤੇ ਕਿ ਡਿਸਕ੍ਰਿਮੀਨੇਸ਼ਨ ਹੋਣਾ ਨਹੀਂ ਚਾਹੀਦਾ। ਜਿਹੜਾ ਡਿਸਕ੍ਰਿਮੀਨੇਸ਼ਨ ਹੈ, ਭੇਦਭਾਵ ਨਹੀਂ ਹੋਣਾ ਚਾਹੀਦਾ। ਹੀ ਐਡਵੋਕੇਟਡ non-violent direct action based on the method of Gandhi. ਉਹਨੇ ਜਿਹੜਾ ਆਪਣਾ ਮੈਥਡ ਅਪਲਾਇਆ, ਜੋ ਅਪਲਾਈ ਕੀਤਾ, ਉਹਨੇ ਗਾਂਧੀ ਵਾਲਾ ਮੈਥਡ ਅਪਲਾਈ ਕੀਤਾ ਕਿ ਨॉन ਵਾਇਲੈਂਟ ਹੁੰਦਾ ਕਿ ਕੋਈ ਚੀਜ਼ ਨੂੰ ਤੋੜਨਾ ਨਹੀਂ, ਕਿਤੇ ਲੜਾਈ ਝਗੜੇ ਨਹੀਂ ਕਰਨੇ, ਕਿਤੇ ਦੰਗੇ ਨਹੀਂ ਕਰਨੇ, ਜਿਹੜਾ ਪ੍ਰੋਟੈਸਟ ਕਰਨਾ ਉਹ ਸ਼ਾਂਤਮਈ ਕਰਨੇ। ਡਾਇਰੈਕਟ ਐਕਸ਼ਨ ਬੇਸਡ ਔਨ ਦਾ ਮੈਥਡ ਆਫ ਗਾਂਧੀ। ਗਾਂਧੀ ਤੋਂ ਉਹਨੇ ਸਿੱਖਿਆ, ਕਿਉਂਕਿ ਗਾਂਧੀ ਵੀ ਇਹੀ ਕਰਦਾ ਸੀ ਨਾ। ਮਤਲਬ ਕੀ ਹੈ ਕਿ ਉਹਨਾਂ ਦਾ ਕੀ ਰੂਲ ਸੀਗਾ ਕਿ ਨॉन ਵਾਇਲੈਂਟ ਤਰੀਕੇ ਨਾਲ, ਬਿਨਾਂ ਲੜਨਾ। Who led protests against British rule in India, culminating in India's independence in 1947? 1947 ਦੇ ਵਿੱਚ ਉਹਦਾ ਬਹੁਤ ਵੱਡਾ ਰੋਲ ਰਿਹਾ ਸੀ। In 1963 ਦੇ ਵਿੱਚ King led mass protests against discriminatory practice in Birmingham, Alabama, where the white population were violently resisting desegregation. ਹੁਣ ਉਹਨਾਂ ਨੇ ਕੀ ਕੀਤਾ, ਜਿਹੜੇ ਵਾਈਟ ਸਕਿਨ ਵਾਲੇ ਲੋਕ ਸੀ ਨਾ, ਉਹ ਕੀ ਕਹਿੰਦੇ ਸੀ ਵੀ ਤੁਸੀਂ ਇਹ ਪ੍ਰੋਟੈਸਟ ਨਾ ਕਰੋ। ਉਹ ਤਾਂ ਅਗੇਂਸਟ ਸੀਗੇ। ਜਿਹੜੇ ਵਾਈਟ ਸਕਿਨ ਸੀਗੇ ਨਾ, ਉਹ ਰੈਸਿਸਟ ਕਰਦੇ ਸੀਗੇ ਵੀ ਆਹ ਚੀਜ਼ ਨਹੀਂ ਹੋਣੀ ਚਾਹੀਦੀ, ਉਹਨਾਂ ਨੂੰ ਰੋਕਦੇ ਸੀਗੇ। The city was dubbed Birmingham. ਪਹਿਲਾਂ ਤਾਂ ਹੈਗੀ ਤਾਂ ਬਰਮਿੰਗਮ ਸੀਗੀ, ਪਰ ਉੱਥੇ ਇੰਨੇ ਜ਼ਿਆਦਾ ਮਤਲਬ ਕੀ ਹੋ ਗਿਆ, ਲੜਾਈ ਝਗੜੇ ਹੋਣ ਲੱਗੇ ਕਿ ਉਹ ਸਿਟੀ ਜਿਹੜੀ ਬਣ ਗਈ, ਉਹ ਕੀ ਬਣ ਗਈ, ਬਰਮਿੰਗਮ। ਬਰਮਿੰਗਮ ਹੁੰਦਾ ਕਿ ਬੰਬ ਚੱਲਣ ਲੱਗੇ ਸੀ ਉੱਥੇ। ਐਜ਼ ਅਟੈਕਸ ਅਗੇਂਸਟ ਸਿਵਲ ਰਾਈਟਸ, ਮਤਲਬ ਕਿ ਅਟੈਕਸ ਵੀ ਹੋਣ ਲੱਗੇ। ਪ੍ਰੋਟੈਸਟਰ ਇਨਕਰੀਜ਼ਡ ਐਂਡ ਦ ਕਿੰਗ ਵਾਜ਼ ਅਰੈਸਟਡ ਐਂਡ ਜੇਲਡ ਫॉर ਹਿਸ ਪਾਰਟ ਇਨ ਦ ਪ੍ਰੋਟੈਸਟਸ। ਮਤਲਬ ਕੀ ਹੋ ਗਿਆ ਕਿ ਪਹਿਲਾਂ ਕਿੰਗ ਤਾਂ ਚਾਹੁੰਦਾ ਸੀਗਾ ਕਿ ਜਿਹੜਾ ਪ੍ਰੋਟੈਸਟ ਹੋਵੇ ਉਹ ਸ਼ਾਂਤਮਈ ਹੋਵੇ, ਪਰ ਉਹਦੇ ਚ ਕਈ ਲੋਕ ਐਵੇਂ ਦੇ ਹੈਗੇ ਸੀਗੇ ਜਿਹੜੇ ਕੀ ਕਰਦੇ ਸੀਗੇ, ਨॉन ਵਾਇਲੈਂਟ ਕਰਦੇ ਸੀ। ਬੰਬ ਵਗੈਰਾ ਵੀ ਚੱਲੇ, ਵਾਇਲੈਂਟਲੀ ਕੰਮ ਵੀ ਹੋਣ ਲੱਗ ਗਿਆ ਸੀਗਾ, ਹਨਾ, ਲੜਾਈ ਝਗੜੇ ਵੀ ਹੋਣ ਲੱਗੇ ਸੀ। ਤੇ ਇਹ ਚੀਜ਼ ਕਿੰਗ ਨੂੰ ਪਸੰਦ ਵੀ ਨਹੀਂ ਸੀ, ਇਸ ਕਰਕੇ ਕਿੰਗ ਨੂੰ ਜੇਲ੍ਹ ਵੀ ਜਾਣਾ ਪਿਆ ਸੀਗਾ। ਠੀਕ ਹੈ, ਆ ਜਾਓ ਹੁਣ ਉੱਥੇ, ਤੁਹਾਨੂੰ ਟਾਈਮ ਦੇ ਰਿਹਾ, ਵਾਚ ਕਰੋ ਆਰਾਮ ਨਾਲ। ਕਿਹੜਾ ਮੈਚ ਹੁੰਦਾ ਦੇਖੋ।
लो जी Second, अपना आजू आजू unhappy about violence. वाह 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 अनहैप्पी अबाउट वायलेंस द एक्यूरेट आंसर भी अनहैप्पी है बिल्कुल मैंने राहुल ने मैसेज किया 2 ਇਹਦਾ ਆਨਸਰ ਹੈ ਐਕੂਰੇਟ 2 ਆਉਣ ਦਾ ਰੀਜ਼ਨ ਵੀ ਕੀ ਹੈ ਕਿਉਂਕਿ ਉਹ ਅਨਹੈਪੀ ਸੀਗਾ ਵੀ ਆਪਾਂ ਵਾਇਲੈਂਸ ਤਾਂ ਕਰਨਾ ਨਹੀਂ ਹੈਗਾ ਨਾ ਪਰ ਜਿਹੜੇ ਬਾਕੀ ਦੇ ਲੋਕ ਸੀ ਉਹ ਵਾਇਲੈਂਟ ਕਰਦੇ ਸੀਗੇ ਇਸ ਕਰਕੇ ਉਹ ਖੁਸ਼ ਨਹੀਂ ਸੀਗਾ ਤਾਂ ਐਕੂਰੇਟ ਜਿਹੜਾ ਆਨਸਰ ਬਣ ਗਿਆ ਆਪਣਾ ਉਹ ਹੈ ਸੈਕਿੰਡ ਜਿਹੜਾ ਆਪਣਾ 30 ਸੀ ਦਾ ਆਨਸਰ ਬਣ ਗਿਆ unhappy about violence करिए के पैराग्राफ डी हुन एक सुन लियो प्लीज म्यूट कर लो अब विदुषा म्यूट करियो Okay. हाँ जी ते हुन जेड़ा भी आंसर मैं जी तो पूछूंगा वो जवाब देऊगा मैं जेड़े भी बच्चे दा नेम लाऊंगा वो नाल दी नाल मेनू मैसेज करेगा व्हाट्सएप ते ओदा आंसर पैराग्राफ डी नु पढ़ा रहे हैं आफ्टर हिज रिलीज जदों जेल चों छुट गया King participated in the enormous civil right march in Washington. फिर वो वाशिंगटन चला गया उथे मार्च करने लिए in August 1963 and delivered his famous I have a dream speech. उन्हें फिर अपनी एक स्पीच तैयार करी एक बहुत तकड़ी स्पीच तैयार करी ਉਹਦਾ ਨਾਮ ਦਿੱਤਾ ਉਹਨੇ I have a dream ਮੇਰੇ ਕੋਲੇ ਇੱਕ ਸੁਪਨਾ ਹੈਗਾ predicting a day when the promise of freedom and the equality ਉਹ ਕਹਿੰਦਾ ਵੀ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਇੱਕ ਦਿਨ ਐਵੇਂ ਦਾ ਦਿਖਾਉਂਗਾ ਕਿ ਫਰੀडम ਵੀ ਹੋਗੀ ਤੇ ਇਕੁਐਲਿਟੀ ਵੀ ਹੋਗੀ मतलब ਕੀ ਹੋਗਾ ਕਿ ਕਾਲੇ ਗੋਰਿਆਂ ਦਾ ਮੈਂ ਭੇਦਭਾਵ ਖਤਮ ਕਰ ਦੂੰਗਾ ਇਕੁਐਲਿਟੀ ਹੋ ਗਿਆ ਕਿ ਸਾਰੇ ਹੱਕ ਬਰਾਬਰ ਦੇ ਮਿਲਣਗੇ ਫਰੀडम ਹੋ ਗਿਆ ਆਜ਼ਾਦੀ ਮਿਲੂਗੀ for all would become a reality in America ਅਮਰੀਕਾ ਦੇ ਵਿੱਚ ਹੋਊਗਾ in 1964 he was awarded the Nobel Peace Prize 1964 ਦੇ ਵਿੱਚ ਉਹਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ in 1965 he led a campaign to register black to vote 1965 ਦੇ ਵਿੱਚ ਉਹਨੇ ਇੱਕ ਕੈਂਪੇਨ ਕੀਤਾ ਕਿ ਬਲੈਕ ਪੀਪਲ ਵੀ ਵੋਟਾਂ ਪਾਇਆ ਕਰਨਗੇ the same year the US Congress passed the Voting Right Act outlining the discriminatory practice that had barred blacks from the voting in the South ਪਰ ਕੁਝ ਕੁ ਸਮਾਂ ਅੱਗੇ ਜਾ ਕੇ ਇਹ ਕੈਮਰਾ ਸਿਸਟਮ ਹੋਇਆ ਕਿ ਉਹ ਫਿਰ ਡਿਸਕ੍ਰਿਮੀਨੇਟਰੀ ਹੋ ਗਿਆ ਤੇ ਫਿਰ ਉਹਨਾਂ ਨੇ ਵੋਟਾਂ ਨੂੰ ਰੋਕ ਲਾਤੀ ਸੀ ਵੀ ਹਲੇ ਕਾਲੇ ਲੋਕ ਨੇ ਜਿਹੜਾ ਉਹ ਵੋਟਾਂ ਨਹੀਂ ਪਾਉਣਗੇ ਜੇਲ੍ਹ ਚੋਂ ਆ ਕੇ ਸਪੀਚ ਤਿਆਰ ਕਰੀ ਆਈ ਹੈਵ ਅ ਡ੍ਰੀਮ ਕਿਹਾ ਵੀ ਮੈਂ ਫਰੀडम ਤੇ ਇਕੁਐਲਿਟੀ ਦੇਵਾਂਗਾ ਡਨ ਇਸ ਤੋਂ ਬਾਅਦ ਕੁਝ ਨਹੀਂ ਹੈਗਾ ਬੋਲਿਓ ਨਾ ਜਿਹਨੂੰ ਪੁੱਛੂੰਗਾ ਪੂਜਾ ਆਨਸਰ ਭੇਜ ਮੈਨੂੰ ਮੈਂ ਸਕਰੀਨ ਦਿੰਨਾ ਇੱਕ ਪੂਜਾ ਇੱਕ ਰਿਤੂ ਸ਼ਰਮਾ ਇੱਕ ਪ੍ਰਵੀਨ ਸੁਖਦੀਪ सर आंसर शो करियो मैं आंसर शो कर रहा मैं नाम ले रहा पहले सुन दो म्यूट हटाओ बस म्यूट बंद करो ठीक है पूजा प्रवीण अपना प्रीति रमिंदर ते जसप्रीत कौर जेडे जेडे हाँ हाँ यस यू ठीक है डन आंसर चेक करो नाल दी नाल मैनूं टैक्सट होना चाहिए तुहाडा विदाउट वेस्टिंग अ टाइम लो जी ये एच है और और रखी हूं मैं ठीक है रविंदर सही है राहुल सही है जसप्रीत कौर सही है बिल्कुल द एक्यूरेट सारे ਨੂੰ ਪਤਾ ਕਿ ਮੈਮੋਰੇਬਲ ਸਪੀਚ ਦੀ ਗੱਲ ਕਰੀਏ ਪੂਜਾ ਸਹੀ ਸਾਰੇ ਸੁਪ੍ਰੀਤ ਓਕੇ ਬੱਚੇ ਵੈਰੀ ਗੁੱਡ ਕਹਿਣ ਦਾ ਮਤਲਬ ਸਾਰੇ ਸਮਝ ਰਹੇ ਨੇ ਨਾ ਕਿ ਐਕੂਰੇਸੀ ਨਾਲ ਕਿਵੇਂ ਹੈਗਾ ਕਿ ਇੱਕ ਮੈਮੋਰੇਬਲ ਸਪੀਚ ਤੁਸੀਂ ਬਾਕੀ ਕਿਸੇ ਨਾਲ ਵੀ ਮੈਚ ਕਰਕੇ ਦੇਖ ਲਓ ਯੂ ਪੀਪਲ ਆਰ ਨਾਟ ਗੋਇੰਗ ਟੂ ਗੈਟ ਦ ਸੇਮ ਅਗਰੀ ਕਰਦੇ ਹੋ ਚੀਜ਼ ਨਾਲ ਪੈਰਾਗ੍ਰਾਫ ਈ ਤੇ ਪੈਰਾਗ੍ਰਾਫ ਐਫ ਆਪਣੇ ਰਹਿੰਦੇ ਆ ਆਪਾਂ ਇਹਨਾਂ ਨੂੰ ਦੋਨਾਂ ਨੂੰ ਪੜਨ ਤੋਂ ਬਾਅਦ ਆਪਾਂ ਨੂੰ ਆਨਸਰ ਦੇ ਸ਼ੋਰ ਹੋ ਜਾਣਗੇ ਚਲੋ ਪੈਰਾਗ੍ਰਾਫ ਈ मैम प्लीज म्यूट कर लो तुसीं तुहाडा अनम्यूट हैगा मैनूं साउंड आ रहेगा विदुषा मैम कैन यू प्लीज म्यूट थैंक यू ई ए भी सारे तो जिन्होंने पूछूंगा आंसर काइंडली you'll have to reply as the civil rights movement became increasingly redesigned King found that his message of peaceful protest was not shared by many in a younger generation किंग ਨੂੰ ਲੱਗਿਆ ਵੀ ਜਿਹੜਾ ਮੇਰਾ ਮੈਸੇਜ ਹੈ ਨਾ ਉਹ ਯੰਗਰ ਜਿਹੜੀ ਜਨਰੇਸ਼ਨ ਹੈ ਉਹ ਸ਼ੇਅਰ ਨਹੀਂ ਕਰ ਰਹੀ ਕਿੰਗ ਬਿਗਨ ਟੂ ਪ੍ਰੋਟੈਸਟ ਅਗੇਂਸਟ the Vietnam war and a poverty level in the US
ਉਹ ਵਾਇਤਨਾਮ ਚ ਵੀ ਉਹਨੇ ਇੱਕ ਉਹਦੇ ਮਤਲਬ ਕਿ ਪ੍ਰੋਟੈਸਟ ਕਰਿਆ, ਇੱਕ ਯੂਐਸ ਦਾ ਵੀ ਉਹਦਾ ਪ੍ਰੋਟੈਸਟ ਸੀਗਾ। ਔਨ ਮਾਰਚ 29 1968 ਕਿੰਗ ਵੈਂਟ ਟੂ ਮੈਫਸਿਸ, ਇੱਕ ਜਗ੍ਹਾ ਹੈ ਉੱਥੇ ਗਿਆ, ਟੈਂਜ਼ੀ ਇਨ ਸਪੋਰਟ ਆਫ ਦਾ ਬਲੈਕ ਸੈਨੇਟਰੀ ਪਬਲਿਕ ਵਰਕਸ ਐਮਪਲੋਈਜ਼ who had been on the strike since March 12 for higher wages and a better treatment. In one incident, ਇੱਕ incident ਉਹਨੇ ਦੇਖਿਆ, ਅਲੱਗ-ਅਲੱਗ ਜਗ੍ਹਾ ਤੇ ਜਾ ਰਿਹਾ, ਉਹ ਵਾਇਤਨਾਮ ਵੀ ਗਿਆ, ਯੂਐਸ ਵੀ ਗਿਆ, ਮੈਫਸੀ ਵੀ ਗਿਆ, ਤੇ ਇਨਸੀਡੈਂਟ ਕੀ ਹੋਇਆ, ਉਹਨਾਂ ਘਟਨਾ ਕੀ ਵਾਪਰੀ, ਬਲੈਕ ਸਟਰੀਟ ਰਿਪੇਅਰਮੈਨ, ਤੇ ਬੇਨਤੀ ਕਰਦਾ ਕਿ ਤੁਸੀਂ ਇੱਕ ਵਰਡ ਨੂੰ ਦੇਖ ਕੇ ਕਦੇ ਵੀ ਆਨਸਰ ਨਾ ਲਾਈਓ। ਬਲੈਕ ਸਟਰੀਟ ਦਾ ਜਿਹੜਾ ਰਿਪੇਅਰਮੈਨ ਹੈਗਾ, ਇੱਥੇ ਆ ਗਿਆ ਆਪਣਾ, ਹਾਂ, ਰਿਪੇਅਰਮੈਨ ਹੈਡ ਰਿਸੀਵਡ ਪੇ ਫॉर 2 ਆਵਰਸ ਵੈਨ ਦੇ ਵਰ ਸੈਂਟ ਹੋਮ ਬਿਕਾਜ਼ ਆ ਬੈਡ ਵੈਦਰ। ਉੱਥੇ ਬੈਡ ਵੈਦਰ ਹੋ ਗਿਆ, ਜਿਹੜਾ ਬਲੈਕ ਸੀਗੇ ਨਾ ਉਹਨਾਂ ਨੂੰ ਕਹਿੰਦੇ ਤੁਹਾਨੂੰ ਤਾਂ ਅਸੀਂ 2 ਘੰਟੇ ਦੀ ਤਨਖਾਹ ਦੇਵਾਂਗੇ, ਬਟ ਵਾਈਟ EMPLOYEES ਹੈਡ ਬੀਨ ਪੇਡ ਫॉर ਦਾ ਫੁੱਲ ਡੇ। ਪਰ ਜਿਹੜੇ ਗੋਰੇ ਸੀਗੇ ਉਹਨਾਂ ਨੂੰ ਕਹਿੰਦੇ ਅਸੀਂ ਤੁਹਾਨੂੰ ਸਾਰੇ ਦਿਨ ਦੀ ਤਨਖਾਹ ਦੇਵਾਂਗੇ। ਤੁਸੀਂ ਦੇਖੋ ਕਿੱਡੇ ਵੱਡੇ ਲੈਵਲ ਦਾ ਡਿਸਕ੍ਰਿਮੀਨੇਸ਼ਨ ਸੀਗਾ, ਹਨਾ। ਕਿੰਗ ਕੁਡ ਨਾਟ ਬੀਅਰ ਟੂ ਸਟੈਂਡ ਬਾਏ and let such patient act of the racism, racism ਹੁੰਦਾ ਜਦੋਂ ਗੋਰੇ ਕਾਲਿਆਂ ਦਾ ਭੇਦਭਾਵ ਹੋਵੇ, go unnoticed, he moved to unite his people, ਉਹ ਆਪਣੇ ਲੋਕਾਂ ਨੂੰ ਇਕੱਠੇ ਕਰਨ ਲੱਗਿਆ, and all the peoples, ਬਹੁਤ ਲੋਕਾਂ ਨੂੰ ਸੁਣਿਆ ਹੋਗਾ ਕਿ ਇੱਕ ਵਰਡ ਹੁੰਦਾ ਹੈ people, peoples ਨਹੀਂ ਹੁੰਦਾ ਪਰ peoples ਵੀ ਹੁੰਦਾ, all the peoples of America on the receiving end of the discriminatory practice to protest for their rights peacefully but steadily। ਅੱਛਾ, ਸਾਰੇ ਪੈਰਾਗ੍ਰਾਫ ਚ ਕਿੰਗ ਬਾਰੇ ਦੱਸਿਆ, ਕਿੱਥੇ ਕਿੱਥੇ ਕਿੰਗ ਗਿਆ, ਉਹਦੀਆਂ ਗੱਲਾਂ, ਕਿਹੜੇ ਕਿਹੜੇ ਪ੍ਰੋਟੈਸਟ ਉਹਨੇ ਕੀਤੇ, ਉਹਦੀਆਂ ਗੱਲਾਂ। ਆ ਜਾਓ ਜੀ, ਬੋਲਿਓ ਨਾ ਕੋਈ, ਮਿਊਟ ਨਾ ਹਟਾਈਓ, ਜਿਹਦਾ ਦਿਲ ਕਰਦਾ ਹੈ ਆਪਣੇ ਆਨਸਰ ਨੂੰ ਮੈਨੂੰ WhatsApp ਕਰ ਸਕਦਾ ਹੈ। ਯੂ ਹੈਵ 30 seconds ਨਾਓ। फाइन, अरे आंसर नहीं आया मेरे को। ट्रैजिक इंसिडेंट, रमनदीप कौर कह रहे ने, थर्ड ट्रैजिक इंसिडेंट, वाओ। डिफिकल्ट चाइल्डहुड, सुप्रीत कह रहे ने, स्क्रीन नहीं शो हो रही, रमिंदर, सारे हो रही है बच्चों, ऐदा करो वालो, हेल्प यू। रमिंदर फोटो भेजी था, चेक कर लो, दिखाइयो प्लीज, बोलो ना बस। सिक्स्थ दे रहा है कोई, मेकिंग हिज मार्क इंटरनेशनली, कौन है? अमनप्रीत, गगन, नवा शहर 8th, ब्लैक स्ट्रीट रिपेयरमैन। चलो मेरी गल सुनो, फाइन फाइन फाइन, आ जाओ, इंटरनेट चल गया सीगा। बहुत बच्चे ने उत्तराखंड लास्ट। चलो, द एक्यूरेट इको एक आंसर है, तो किसी ने बहुत रेयर बच्चों ने दिता, तो मैं तुहानू शो करदा। जे मैं एक्यूरेट आंसर की गल करदा ना बच्चे, दैट इज, म्यूट ना हटाया करो कोई भी, मैं नाल दी नाल किक कर दूंगा मेथों बिना पूछे, फिर मैं दोबारा ऐड नहीं करना किसी को भी। ये गल याद रखियो, जिहदा म्यूट हट गया वो गया। एक बच्चे ने कहा सी ब्लैक स्ट्रीट रिपेयरमैन, काजल प्लीज म्यूट करो, कौन है काजल बच्चा, म्यूट करो इनू। ब्लैक स्ट्रीट रिपेयरमैन कदे भी नहीं आउंदा जे आपां एक वर्ड नूं देख के लाउने आ, नेवर एवर। क्यों ब्लैक स्ट्रीटमैन दी की टॉक करी उन्हें, उन्होंने एक बार दस्सिया सी भी रिपेयरमैन दी मड़ी जी गल दसदी, इस तो बाद कुछ नहीं। डिफिकल्ट चाइल्डहुड च कोई टॉक नहीं करी, तुसी बहुते ने कहा डिफिकल्ट चाइल्डहुड, तुसी मेमोरेबल स्पीच हो गया, अनहैप्पी वायलेंस हो गया, ट्रैजिक इंसीडेंट। एक गल ध्यान नाल सुन लियो, ट्रैजिक उदों यूज हुंदा है वर्ड, ट्रैजिक ट्रेजिडी तो बनया, ट्रेजिडी तो, ते ये उदों ही शो हुंदा हैगा जदों किसी दी मौत होवे। मौत तो हुई नहीं, इंसीडेंट देख लिया, मौत तो नहीं हुई किसी च, प्रोटेस्ट एक्शन हो गया, ये भी हो गया। एक्यूरेट आंसर है मेकिंग हिज मार्क इंटरनेशनली, 6th। हुण बहुत बच्चे कहणगे भी सर आ किवें है, वायतनाम गया, यूएस गया, फीसी गया, किन्नियां कंट्रीज जाके आया, वो इंटरनेशनली अपने आप नूं ने मेकिंग कर रहा सी, उहदे मार्क नूं अपने बारे लोकां च जा जाके वो चीज़ां नूं दस रहा सीगा, ते उहने इंसीडेंट जिन्ने भी वापरे, आ देखो लेट मी शो यू, देखो वो पीसफुली कर रहा सी, वायतनाम च गया, यूएस च होया, मैफिसिस च होया,
ਤੇ ਇੱਕ ਅੱਧੀ ਹੋਰ ਵੀ ਪਲੇਸਿਸ ਸੀਗੀਆਂ ਜਿੱਥੇ ਉਹਦੇ ਨਾਲ ਇਹ ਚੀਜ਼ ਹੋਈ ਸੀਗੀ। ਬੈਟਰ ਵੈਦਰ EMPLOYEES ਇਹ ਕੈਂਸਰ, ਬਹੁਤ ਬੱਚੇ ਨਾ ਬਲੈਕ ਸਟਰੀਟ ਰਿਪੇਅਰਮੈਨ ਨੂੰ ਦੇਖ ਕੇ ਆਂਸਰ ਲਾਤਾ, ਕਦੇ ਵੀ ਐਵੇਂ ਆਂਸਰ ਨਹੀਂ ਆਉਂਦਾ। ਉਹਨੇ ਬਹੁਤ ਜਗ੍ਹਾ ਤੇ ਜਾ ਕੇ ਰਾਈਟਸ ਲਈ ਲੜ ਰਿਹਾ ਸੀਗਾ, ਪੀਸਫੁਲੀ ਲੋਕਾਂ ਨੂੰ ਰਿਸੀਵਿੰਗ ਕਰ ਰਿਹਾ ਸੀ, ਡਿਸਕ੍ਰਿਮੀਨੇਸ਼ਨ ਬਾਰੇ ਪ੍ਰੈਕਟਿਸ ਬਾਰੇ ਦੱਸ ਰਿਹਾ, ਪ੍ਰੋਟੈਸਟ ਕਰ ਰਿਹਾ ਸੀਗਾ, ਅਮਰੀਕਾ 'ਚ ਸੀਗਾ, ਤਾਂ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਆਪਣੇ ਮਾਰਕ ਸੀ ਜਿਹੜੇ ਉਹ ਛੱਡ ਰਿਹਾ ਸੀਗਾ। ਤਾਂ ਐਕੂਰੇਟ ਜਿਹੜਾ ਆਂਸਰ ਹੈ ਬੱਚੇ that is called 6th ਇੰਟਰਨੈਸ਼ਨਲੀ ਮਾਰਕ ਵਾਲਾ ਆਂਸਰ ਹੈ। ਤੇ ਟ੍ਰੈਜੀਕਲ ਆਂਸਰ ਤਾਂ ਨਹੀਂ ਹੈਗਾ ਕਿਉਂਕਿ ਉਹ 'ਚ ਕਿਸੇ ਦੀ ਡੈਥ ਨਹੀਂ ਹੋਈ। ਵਿਲੀਅਮ ਸ਼ੇਕਸਪੀਅਰ ਟ੍ਰੈਜੇਡੀ ਵਾਲੇ ਪਲੇ ਲਿਖਦਾ ਸੀ ਪਰ ਉਹ 'ਚ ਕਿਸੇ ਦੀ ਮੌਤ ਹੁੰਦੀ ਸੀ। ਲਾਸਟ ਰਹਿ ਗਿਆ on his trip to Memphis, ਉਹ ਇੱਕ ਟ੍ਰਿਪ ਤੇ ਗਿਆ ਮੈਫਿਸਿਸ, king was booked into a room 306, ਉਹਨੂੰ 306 ਨੰਬਰ ਕਮਰਾ ਦਿੱਤਾ at the Lorien Motel, ਇੱਕ ਲੋਰੀਅਨ ਮੋਟਲ ਜਗ੍ਹਾ ਦਾ ਨਾਮ ਸੀ। ਤੇ ਇੱਕ ਹੋਟਲ ਹੁੰਦਾ ਇੱਕ ਮੋਟਲ ਹੁੰਦਾ, ਇਹ 'ਚ ਫਰਕ ਹੈ। ਹੋਟਲ 'ਚ ਕੱਲਾ ਖਾਣ ਪੀਣ ਨੂੰ ਹੈ ਤੇ ਮੋਟਲ 'ਚ ਨਾਲ ਸਟੇ ਵੀ ਹੁੰਦੀ ਹੈ। owned by Walter Belly, king was shot, shoot ਹੁੰਦੀ ਹੈ ਗੋਲੀ ਮਾਰਨੀ, shoot ਦੀ ਸੈਕੰਡ ਫਾਰਮ ਹੈ shot, king was shot at 6:01 PM, 6:01 ਤੇ ਉਹਨੂੰ ਗੋਲੀ ਮਾਰ ਦਿੱਤੀ ਗਈ ਅਪ੍ਰੈਲ 4, 1968 ਨੂੰ। while he was standing on the motel's second floor balcony, ਬਾਲਕਨੀ 'ਚ ਖੜਾ ਸੀ, ਗੋਲੀ ਮਾਰੀ। king was rushed to St. Joseph Hospital, ਇੱਕ ਹਸਪੀਟਲ 'ਚ ਲੈ ਕੇ ਗਏ, where doctors opened his chest, ਉਹਦੀ ਚੈਸਟ ਖੋਲੀ and performed manual heart massage ਕੀਤੀ। he was pronounced dead at 7:05 PM, ਉਹਨਾਂ ਨੂੰ ਡਿਕਲੇਅਰ ਕਰਤਾ 7:05 ਤੇ ਇਹਦੀ ਡੈਥ ਹੋ ਗਈ। king autopsy revealed that although he was only 39 year old, ਭਾਵੇਂ ਉਹ 39 ਸਾਲ ਦਾ ਸੀ, he had the heart of 60-year-old man, ਪਰ ਉਹਦਾ ਜਿਹੜਾ ਦਿਲ ਸੀ ਨਾ ਉਹ ਜਿਵੇਂ 60 ਸਾਲ ਦਾ ਕੋਈ ਬੰਦਾ ਹੁੰਦਾ ਹੈ, ਉਹਦਾ ਐਡਾ ਵੱਡਾ ਦਿਲ ਸੀਗਾ। ਆ ਜਾਓ ਇੱਧਰ, ਕਹਿਣ ਦੀ ਲੋੜ ਹੀ ਨਹੀਂ ਹੈਗੀ, ਮੈਨੂੰ ਲੱਗਦਾ ਸਾਰੇ ਸਮਝ ਗਏ ਕਿ ਆਂਸਰ ਕੀ ਹੈਗਾ। ਤਾਂ ਐਕੂਰੇਟ ਜਿਹੜਾ ਆਂਸਰ ਹੈ, ਹੁਣ ਦੇਖੋ ਬਲੈਕ ਰਿਪੇਅਰਮੈਨ ਆਂਸਰ ਨਹੀਂ ਆ ਸਕਦਾ, ਡਿਫਿਕਲਟ ਚਾਈਲਡਹੁੱਡ ਬਿਲਕੁਲ ਵੀ ਨਹੀਂ ਆ ਸਕਦਾ। ਇਹ ਵੀ ਹੋ ਗਿਆ, 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 ਰਹਿ ਗਿਆ ਟ੍ਰੈਜਿਕ ਇਨਸੀਡੈਂਟ। ਤਾਂ ਡੈਫੀਨਿਟਲੀ ਟ੍ਰੈਜਿਕ ਕਿਉਂ ਲੱਗਿਆ? ਕਿਉਂਕਿ ਉਹ 'ਚ ਡੈਥ ਹੋ ਗਈ ਨਾ। ਤਾਂ ਟ੍ਰੈਜੇਡੀ ਹਮੇਸ਼ਾ ਉਦੋਂ ਯੂਜ਼ ਕਰਨੀ ਹੈ ਜਦੋਂ ਕਿਸੇ ਦੀ ਡੈਥ ਹੋ ਜੇ। ਤਾਂ ਐਕੂਰੇਟ ਆਪਾਂ ਸਾਰੇ 6 ਦੇ 6 ਆਂਸਰ ਆਪਾਂ ਨੇ ਬਹੁਤ ਤਰੀਕੇ ਨਾਲ ਫਾਈਂਡ ਆਊਟ ਕੀਤੇ ਆ। ਹੁਣ ਇਧਰ ਆਓ ਸਕਰੀਨ ਤੇ, 6 ਲਿਸਟ ਆਫ ਹੈਡਿੰਗ ਕਰਨ ਦੇ ਲਈ ਆਪਾਂ ਨੇ ਪ੍ਰੋਪਰ ਟਾਈਮ ਦਿੱਤਾ ਤੇ ਪ੍ਰੋਪਰ ਪੜਿਆ। ਅਗਰੀ ਕਰਦੇ ਹੋ ਚੀਜ਼ ਨਾਲ? ਡਨ ਹੈ ਨਾ? ਥੰਬਸ ਅਪ ਦਿਖਾਓ। ਡਨ। ਹੁਣ ਮਜ਼ਾ ਤਾਂ ਇਹ ਹੈ ਕਿ ਸਰ, ਮਜ਼ਾ ਇਹ, ਹਾਂ ਪ੍ਰਿੰਸ ਕੀ ਕਹਿਣਾ ਹੈ, ਬੋਲੋ ਪ੍ਰਿੰਸ। ਯੂ ਵਾਂਟ ਸਰ ਮੈਂ ਥੰਬ ਸੈਂਡ ਕਰਨਾ ਸੀ, ਮੇਰੇ ਤੋਂ ਹੋ ਗਿਆ। ਓ ਮਾਈ ਗॉड, ਕੋਈ ਹੱਥ ਨਹੀਂ ਦਿੱਤਾ, ਵਾਓ ਕੋਈ ਗੱਲ ਨਹੀਂ, ਰਿਸਪੈਕਟ ਯੂ ਬ੍ਰਦਰ, ਲਵ ਯੂ। ਡਨ। ਆਪਣੇ ਕੋਲੇ ਹੁਣ ਰਹਿ ਗਏ MCQ ਤੇ ਟਰੂ ਫਾਲਸ। ਮਜ਼ਾ ਤਾਂ ਫਿਰ ਮੇਰੀ ਟੀਚਿੰਗ ਦਾ ਤਾਂ ਹੀ ਹੈ ਨਾ ਜੇ ਹੁਣ MCQ ਤੇ ਟਰੂ ਫਾਲਸ ਸਾਰੇ ਦੇ ਸਾਰੇ ਠੀਕ ਜਾਣ, ਤੇ ਮੈਂ ਧੱਕੇ ਨਾਲ ਠੀਕ ਨਾ ਕਰਾਵਾਂ, ਤੁਹਾਨੂੰ ਆਪ ਨੂੰ ਪਤਾ ਲੱਗੇ ਵੀ ਸਰ ਓਕੇ ਹੈ ਕੰਮ। ਡਨ, ਕਰੀਏ ਸਟਾਰਟ। ਤੇ ਮੈਥਡ ਐਵੇਂ ਯੂਜ਼ ਕਰਾਂਗੇ ਵੀ ਆਪਾਂ ਇਹ ਆਨਸਰ ਹੈ ਨਹੀਂ, ਇਹ ਵੀ ਆਨਸਰ ਹੈ ਨਹੀਂ, ਆਪਾਂ ਐਕੂਰੇਟ ਆਨਸਰ ਉਹੀ ਲੱਭਾਂਗੇ ਜਿਹੜਾ ਲਾਸਟ ਤੇ ਰਹਿ ਜਾਊਗਾ। ਚਲੋ ਲੈਟ ਮੀ ਸ਼ੋ ਯੂ। ਫਸਟ MCQ ਦਿਖਾਉਣਾ ਮੈਂ ਤੁਹਾਨੂੰ, ਆ ਜਾਓ ਜੀ। ਫਰੋਮ ਅ ਯੰਗ ਏਜ ਮਾਰਟਿਨ ਲੂਥਰ ਕਿੰਗ, ਸ਼ੁਰੂ ਤੋਂ ਜਦੋਂ ਦੀ ਜਿਹੜੀ ਯੰਗ ਏਜ ਸੀ, ਜਿਹੜਾ ਮਾਰਟਿਨ ਲੂਥਰ ਕਿੰਗ ਅੱਗੇ ਕੀ ਹੈ, wanted to protest for the rights of black people, ਕੀ ਉਹ ਕਾਲੇ ਲੋਕਾਂ ਲਈ ਪ੍ਰੋਟੈਸਟ ਕਰਨਾ ਚਾਹੁੰਦਾ ਸੀ? ਸ਼ੁਰੂ ਚ ਤਾਂ ਨਹੀਂ ਕਰਨਾ ਚਾਹੁੰਦਾ ਸੀਗਾ, ਨਹੀਂ। ਇਧਰ ਆ ਜਾਓ, ਡੀ ਤੋਂ ਪੜ੍ਹਦੇ ਆ। was aware that black people were being humiliated in many northern states, ਇਹ ਤਾਂ ਕੋਈ ਟਾਕ ਹੀ ਨਹੀਂ ਕਰੀ, ਮਤਲਬ ਡੀ ਦਾ ਆਨਸਰ ਹੈ ਨਹੀਂਗਾ। was not allowed to go to cinema, ਬਿਲਕੁਲ ਆਨਸਰ ਨਹੀਂ ਹੈਗਾ, ਆਪਾਂ ਕਰੇ ਹੀ ਨਹੀਂ ਹੈਗਾ। ਬੀ ਪੜ੍ਹ ਕੇ ਦੇਖਿਓ, could not understand why black people were treated differently, ਤੁਸੀਂ ਦੇਖੋ ਪਹਿਲੇ ਪੈਰੇ ਦੇ ਵਿੱਚ ਆਪਾਂ ਨੇ ਇਹੀ ਪੜਿਆ ਸੀਗਾ, ਉਹਨੂੰ ਆਪ ਨੂੰ ਹੀ ਨਹੀਂ ਪਤਾ ਲੱਗ ਰਿਹਾ ਸੀ ਵੀ ਬਲੈਕ ਲੋਕਾਂ ਨੂੰ ਇੰਨਾ ਡਿਫਰੈਂਟਲੀ ਟ੍ਰੀਟ ਕਿਉਂ ਕਰਿਆ ਜਾਂਦਾ ਹੈ। ਤੁਸੀਂ ਦੇਖੋ ਕੱਲਾ ਆਨਸਰ ਬੀ ਆਪਾਂ ਨੂੰ ਓਕੇ ਲੱਗ ਰਿਹਾ, ਬਾਕੀ ਤਿੰਨੇ ਮੈਚ ਵੀ ਨਹੀਂ ਕਰ ਰਹੇ। ਇਹ ਆਪਾਂ ਤਾਂ ਨਹੀਂ ਮੈਚ ਕਰਦੇ ਕਿਉਂਕਿ ਆਪਾਂ ਬਹੁਤ ਅੱਛੇ ਤਰੀਕੇ ਨਾਲ ਪੜ੍ਹ ਕੇ ਆਏ ਆ। ਜੇ ਤੁਹਾਨੂੰ ਲੱਗਦਾ ਇਹ ਤਾਂ ਆ ਹੀ ਨਹੀਂ ਸਕਦਾ, ਉਹਨੇ ਪ੍ਰੋਟੈਸਟ ਥੋੜੀ ਸ਼ੁਰੂ ਚ ਸੋਚਿਆ ਸੀ, ਸ਼ੁਰੂ ਤੋਂ ਉਹਨੂੰ ਐਂ ਨਹੀਂ ਪਤਾ ਲੱਗ ਰਿਹਾ ਸੀ, ਅੰਡਰਸਟੈਂਡ ਹੀ ਨਹੀਂ ਕਰ ਰਿਹਾ ਸੀ ਕਿ ਬਲੈਕ ਪੀਪਲ ਨੇ ਜਿਹੜੇ ਉਹਨਾਂ ਨੂੰ ਇੰਨਾ ਡਿਫਰੈਂਟਲੀ ਕਿਉਂ ਟ੍ਰੀਟ ਕਰਿਆ ਜਾਂਦਾ ਹੈ, ਕਿਉਂ ਉਹਨਾਂ ਨੂੰ ਸਿਨੇਮਾ 'ਚ ਪਿੱਛੇ ਬੱਸਾਂ 'ਚ ਖੜਾ ਕਰਿਆ ਜਾਂਦਾ ਹੈ ਹਨਾ, ਕਿਉਂ ਉਹਨਾਂ ਨੂੰ ਟਾਇਲਟਸ ਅਲੱਗ-ਅਲੱਗ ਕਰੇ ਜਾਂਦੇ ਨੇ, ਕਿਉਂ ਉਹਨਾਂ ਨੂੰ ਪ੍ਰੋਪਰ ਰਾਈਟਸ ਨਹੀਂ ਮਿਲਦੇ। ਤਾਂ ਐਕੂਰੇਟ ਇਹਦਾ ਆਨਸਰ ਹੈ ਬੀ। ਆਨਸਰ ਨੰਬਰ 2, ਵਟ ਇਨੀਸ਼ੀਅਲੀ ਹੁੰਦਾ ਸ਼ੁਰੂਆਤ ਦੇ ਵਿੱਚ,
ਮੇਡ ਮਾਰਟਿਨ ਲੂਥਰ ਕਿੰਗ ਫੇਮਸ, ਕਿੰਗ ਨੂੰ ਕਿਹੜੀ ਚੀਜ਼ ਨੇ ਸ਼ੁਰੂ ਚ ਫੇਮਸ ਕਰਿਆ ਸੀਗਾ? ਚਲੋ ਆਜੋ। when he persuaded Rosa Parks not to give up her bus seat to a white man, ਨਹੀਂ ਬਿਲਕੁਲ ਵੀ ਨਹੀਂ। when Rosa Parks refused to give, ਇਹ ਰੋਜ਼ਾ ਨੇ ਸੀਟ ਛੱਡੀ ਸੀ ਪਰ ਇਹ ਨਹੀਂ ਸੀ ਨਾ, ਇਹਦੇ ਨਾਲ ਇਹਦਾ ਕੋਈ ਮਤਲਬ ਨਹੀਂ ਸੀ। become a pastor at, ਨਹੀਂ ਇਹ ਵੀ ਨਹੀਂ ਸੀਗਾ। ਧਿਆਨ ਨਾਲ ਦੇਖੋ, the black boycott of the Montgomery bus system, ਪੈਰਾਗ੍ਰਾਫ B ਦੇ ਵਿੱਚ ਇਹਨਾਂ ਨੇ ਬੱਸ ਸਿਸਟਮ ਦਾ ਬਾਈਕਾਟ ਕਰਿਆ ਸੀਗਾ, 382 ਦਿਨ ਦਾ ਬਾਈਕਾਟ ਕਰਿਆ ਸੀ, ਉਸ ਵਾਰ ਐਕਸ਼ਨ ਆਇਆ ਸੀ, ਉਸੇ ਚੀਜ਼ ਨੇ ਤਾਂ ਕਿੰਗ ਨੂੰ ਫੇਮਸ ਕਰਿਆ ਸੀਗਾ ਕਿਉਂਕਿ ਇਹਨੇ ਬੱਸ ਸਿਸਟਮ ਦਾ ਬਾਈਕਾਟ ਕੀਤਾ ਸੀਗਾ। ਤਾਂ ਐਕੂਰੇਟ ਆਨਸਰ ਜਿਹੜਾ ਹੈ ਦੈਟ ਇਜ਼ ਕਾਲਡ ਆ A। ਜੇ ਤੁਹਾਨੂੰ ਮੈਂ ਲੋਕੇਸ਼ਨ ਤੇ ਲੈ ਕੇ ਜਾਵਾਂ, ਇੱਥੇ ਮੈਂ ਦਿਖਾ ਵੀ ਦਿੰਨਾ, ਆ ਦੇਖੋ, ਰਿਟਰਨਿੰਗ ਟੂ ਸਾਊਥ ਟੂ ਬਿਕਮ ਪਾਸਟਰ ਆਫ ਦਾ ਬੈਪਟਿਸਟ ਚਰਚ, ਠੀਕ ਹੈ, ਨਾਰਮਲ ਹੈ। ਕਿੰਗ ਫਸਟ ਅਚੀਵਡ, ਪਹਿਲਾਂ ਉਹਨੇ ਅਚੀਵ ਕੀਤਾ ਨੈਸ਼ਨਲ ਰਿਨੌਨ when he helped mobilize the black boycott of the Montgomery bus system, ਉਹ ਉਦੋਂ ਮਸ਼ਹੂਰ ਹੋਇਆ ਸੀ ਜਦੋਂ ਉਹਨੇ ਬੱਸ ਸਿਸਟਮ ਦਾ ਬਾਈਕਾਟ ਕਰਤਾ ਸੀਗਾ। ਤਾਂ ਇੱਥੇ ਵੀ ਤੁਸੀਂ ਆਪਣਾ ਦੇਖੋ ਕੁਐਸਚਨ ਆਪਣੇ ਤੋਂ ਹੈ ਕਿ ਉਹ ਸਭ ਤੋਂ ਪਹਿਲਾਂ ਮਸ਼ਹੂਰ ਕਦੋਂ ਹੋਇਆ ਸੀਗਾ, the black boycott of the Montgomery bus system। ਤਾਂ ਐਕੂਰੇਟ ਆਨਸਰ A, ਬਾਕੀ ਇੱਕ ਵੀ ਨਹੀਂ ਮੈਚ ਕਰ ਰਿਹਾ। ਚਲੋ ਥਰਡ, what influenced Martin Luther King regarding non-violence, non-violence ਕਰਨਾ ਹੈ ਉਹ ਕੀ ਤੋਂ ਸਿੱਖਿਆ ਉਹਨੇ? ਇੰਡੀਆ ਇੰਡੀਪੈਂਡੈਂਸ 1947 ਤੋਂ ਤਾਂ ਸਿੱਖਿਆ ਨਹੀਂ, ਉਹ ਕ੍ਰਿਸ਼ਨਲ ਇਹ ਤੋਂ ਵੀ ਨਹੀਂ ਸਿੱਖਿਆ, ਸਦਰਨ ਲੀਡਰਸ਼ਿਪ ਤੋਂ ਵੀ ਨਹੀਂ ਸਿੱਖਿਆ, ਦਾ ਮੈਥਡਸ ਆਫ ਗਾਂਧੀ, ਮੈਂ ਤੁਹਾਨੂੰ ਦੱਸਿਆ ਸੀ ਨਾ, ਉਹ ਕਹਿੰਦਾ ਮੈਂ ਗਾਂਧੀ ਨੂੰ ਫੋਲੋ ਕਰਦਾ। ਤਾਂ ਐਕੂਰੇਟ ਜਿਹੜਾ ਆਨਸਰ ਹੈਗਾ ਉਹ D ਹੈਗਾ। ਤੁਸੀਂ ਆਹ ਦੇਖੋ, ਮੈਂ ਤੁਹਾਨੂੰ ਲੋਕੇਸ਼ਨ ਵੀ ਦਿਖਾ ਦੇਣਾ, ਜਦੋਂ ਨॉन ਵਾਇਲੈਂਟ ਕਰਦਾ ਸੀ ਨਾ, ਆ ਲੋ ਜੀ, ਹੀ ਐਡਵੋਕੇਟਡ ਨॉन ਵਾਇਲੈਂਟ, ਜਿਹੜੀ ਚੀਜ਼ ਨੂੰ ਨॉन ਵਾਇਲੈਂਟ ਕਰਦਾ ਜੀ, ਡਾਇਰੈਕਟ ਐਕਸ਼ਨ ਬੇਸਡ ਔਨ ਦਾ ਮੈਥਡਸ ਆਫ ਗਾਂਧੀ, ਗਾਂਧੀ ਦੇ ਮੈਥਡਸ ਦੇ ਉੱਤੇ ਉਹ ਚੱਲਦਾ ਸੀਗਾ ਤੇ ਉੱਥੋਂ ਉਹਨੇ ਸਿੱਖਿਆ। ਥਰਡ ਵੀ ਆਪਣਾ ਹੋ ਗਿਆ। ਤੁਸੀਂ ਦੇਖੋ, ਨਾ ਤਾਂ 1947 ਮੈਚ ਕਰਿਆ, ਨਾ ਕ੍ਰਿਸ਼ਨੈਲਿਟੀ ਮੈਚ ਕਰਿਆ, ਕੋਈ ਲੀਡਰਸ਼ਿਪ ਨਹੀਂ ਮੈਚ ਕਰੀ, ਤਾਂ ਮੈਥਡ ਆਫ ਗਾਂਧੀ ਸ਼ਰੇਆਮ ਆਪਾਂ ਨੂੰ ਆਨਸਰ ਪਿਆ ਸੀ। ਇਹ ਤਾਂ ਪਤਾ ਹੈ ਆਪਾਂ ਨੂੰ ਕਿਉਂਕਿ ਆਪਾਂ ਪਹਿਲਾਂ ਪੜਿਆ ਹੋਇਆ, ਸਾਰਾ ਪੜ੍ਹ ਕੇ ਆਏ ਆ। What did Martin Luther King fight for 1965? 1965 ਦੇ ਵਿੱਚ ਉਹਨੇ ਕਿਹੜੀ ਚੀਜ਼ ਪਿੱਛੇ ਲੜਿਆ ਸੀ? The right of black people to vote, action to US ਕਾਂਗਰਸ ਤਾਂ ਹੈ ਹੀ ਨਹੀਂਗਾ, right to win the Nobel Prize ਨਹੀਂ, the right of black people to travel abroad ਇਹ ਵੀ ਨਹੀਂ। ਤੁਸੀਂ ਧਿਆਨ ਨਾਲ ਦੇਖੋ 1965 ਚ ਉਹ ਕਿਹੜੀ ਚੀਜ਼ ਪਿੱਛੇ ਲੜਿਆ ਸੀ? ਆ ਜਾਓ ਮੈਂ ਤੁਹਾਨੂੰ ਦਿਖਾਵਾਂ। ਤੇ ਐਵੇਂ ਦੇ ਨੰਬਰ ਲੱਭਣੇ ਬਹੁਤ ਸੌਖੇ ਹੁੰਦੇ ਨੇ। ਈਅਰ 68 ਆ ਲਓ ਜੀ, 1965 ਆ ਗਿਆ ਰਿਹਾ। 1965 he led a campaign to register black to vote, ਉਹਨੇ ਕੀ ਕਰਿਆ ਸੀ ਵੀ ਕਾਲੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇ। ਤੇ ਐਕੂਰੇਟ ਇਧਰ ਆ ਕੇ ਦੇਖ ਲਓ, ਜਿਹੜਾ ਲੂਥਰ ਕਿੰਗ ਸੀਗਾ ਉਹਨੇ ਫਾਈਟ ਕਾਹਦੇ ਕਰੀ ਸੀ? the right of black people to vote। ਤਾਂ ਐਕੂਰੇਟ ਆਨਸਰ A। ਚਲੋ ਜੀ, ਲਾਸਟ ਕੁਐਸਚਨ ਹੈ ਆਪਣਾ 5th MCQ। How did Martin Luther King feel about the civil rights movement? ਜਿਹੜਾ ਮਾਰਟਿਨ ਲੂਥਰ ਕਿੰਗ ਹੈ ਉਹ ਕੀ ਫੀਲ ਕਰਦਾ ਹੈ ਸਿਵਲ ਰਾਈਟ ਮੂਵਮੈਂਟ ਨੂੰ ਲੈ ਕੇ? ਧਿਆਨ ਨਾਲ ਦੇਖੋ, ਇਟ ਵਾਸ ਹੈਲਪਿੰਗ ਦ ਵਾਰ ਇਨ ਵਾਇਤਨਮ, ਨਾ ਇਹ ਤਾਂ ਬਿਲਕੁਲ ਵੀ ਨਹੀਂ ਕਰਦਾ ਉਹ ਫੀਲ। ਇਟ ਬਰਾਊਟ ਦਾ ਯੰਗਰ ਜਨਰੇਸ਼ਨ ਟੁਗੇਦਰ, ਨਹੀਂ ਇਹ ਵੀ ਨਹੀਂ ਕਰਦਾ। ਇਟ ਹੈਡ ਬੀਨ ਐਕਸਪਲੋਇਟਡ ਬਾਈ ਦ ਪੋਲੀਟੀਸ਼ੀਅਨਸ ਹੂ ਵਾਂਟਡ ਟੂ ਗੈਟ ਮੋਰ ਵੋਟਸ, ਨਹੀਂ ਇਹ ਵੀ ਨਹੀਂ ਕਰਦਾ। The protesters sometimes behaved too violently, ਦੇਖੋ ਉਹ ਅਨਹੈਪੀ ਹੋਇਆ ਸੀ ਨਾ, ਉਹ ਜਦੋਂ ਉਹਨੂੰ ਫੀਲ ਹੋਇਆ, ਕੀ ਫੀਲ ਹੋਇਆ ਰਾਈਟ ਮੂਵਮੈਂਟ ਸਿਵਲ ਰਾਈਟਸ ਦਾ, ਕਿ ਜਿਹੜੇ ਪ੍ਰੋਟੈਸਟਰ ਨੇ ਉਹ ਸਮ ਟਾਈਮ ਬਿਹੇਵ ਟੂ ਵਾਇਲੈਂਟਲੀ ਕਰਦੇ ਨੇ, ਇਹਦੇ ਕਰਕੇ ਉਹਨੂੰ ਜੇਲ੍ਹ ਵੀ ਜਾ ਕੇ ਆਣਾ ਪਿਆ ਸੀਗਾ। ਉਹ ਤਾਂ ਸ਼ਾਂਤਮਈ ਕੰਮ ਕਰਨਾ ਚਾਹੁੰਦਾ ਸੀਗਾ, ਪਰ ਜਿਹੜੇ ਉਹਦੇ ਦੂਜੇ ਪ੍ਰੋਟੈਸਟਰ ਸੀ ਉਹਦੇ ਨਾਲ ਸੀਗੇ, ਉਹ ਜਿਹੜਾ ਬਿਹੇਵ ਕਰਦੇ ਸੀਗੇ ਉਹ ਕਿਹੜਾ ਕਰਦੇ ਸੀ? ਵਾਇਓਲੈਂਟਲੀ। ਵਾਇਓਲੈਂਟਲੀ ਹੁੰਦਾ ਲੜਾਈ ਝਗੜੇ ਵਾਲਾ। ਤਾਂ ਉਹਨੂੰ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਚਿੰਤਾ ਸੀਗੀ ਉਹ ਸੀਗੀ D ਦੀ। ਤਾਂ ਐਕੂਰੇਟ ਆਨਸਰ D। ਆਪਣੇ ਕੋਲੇ ਲਾਸਟ ਦੇ 3 ਆਨਸਰ ਰਹਿ ਗਏ, ਟਰੂ ਫਾਲਸ, 32, 33, 34। ਫਸਟ ਕੁਐਸਚਨ ਹੈ, the black boycott of the Montgomery bus system was a success। ਜਿਹੜਾ ਬਲੈਕ ਬਾਈਕਾਟ ਕਰਿਆ ਸੀ ਉਹਨਾਂ ਨੇ ਬੱਸ ਵਾਲਿਆਂ ਦਾ, ਉਹ ਸਕਸੈਸਫੁਲ ਹੋਇਆ ਸੀਗਾ? ਆਨਸਰ ਦਿਓ ਮੈਨੂੰ, WhatsApp ਮੈਸੇਜ ਕਰੋ, WhatsApp ਮੈਸੇਜ ਕਰੋ ਵੀ ਯੈਸ ਸਰ। ਪਲੀਜ਼ ਮਿਊਟ ਨਾ ਹਟਾਓ ਮੈਥੋਂ ਪੁੱਛੇ ਬਿਨਾ। True.
ਤੁਸੀਂ ਮੈਨੂੰ ਮੈਸੇਜ ਦੇਖ ਸਕਦੇ ਹੋ ਨਾਲ ਦੀ ਨਾਲ ਕਾਈਂਡਲੀ ਕਿ ਜਦੋਂ ਉਹਨਾਂ ਨੇ ਜਿਹੜਾ ਬਲੈਕ ਬਾਈਕਾਟ ਕਰਿਆ ਸੀ ਬੱਸ ਵਾਲਿਆਂ ਦੇ ਸਿਸਟਮ ਦਾ, ਕਿ ਉਹ ਕਾਮਯਾਬ ਹੋਇਆ ਸੀ ਕਿ ਨਹੀਂ? ट्रू प्लीज ਜਿਹੜੇ ਬੱਚੇ ਯੈਸ ਲਿਖ ਰਹੇ ਨੇ ਉਹ ਯੈਸ ਨਾ ਲਿਖੋ, ਕਿਉਂਕਿ ਜੇ ਯੈਸ ਲਿਖੋਗੇ ਤਾਂ ਆਨਸਰ ਗਲਤ ਹੋ ਜੂ, ਕਿਉਂਕਿ ਆਪਾਂ ਨੂੰ ਉੱਪਰ ਪੁੱਛਿਆ ਗਿਆ ਹੈ ट्रू फॉल्स, ਤਾਂ ਆਨਸਰ ਵੀ ट्रू फॉल्स ਚ ਹੀ ਜਾਣਾ ਚਾਹੀਦਾ ਹੈ। ਤਾਂ ਐਕੂਰੇਟ ਜਿਹੜਾ ਆਨਸਰ ਹੈ ਬੱਚੇ ਉਹ ट्रू ਹੈ। ਇਹ ਕਾਮਯਾਬ ਹੋ ਗਏ ਸੀ, ਗਵਰਨਮੈਂਟ ਨੇ ਵੀ, ਉਹਨੇ ਸੁਪਰੀਮ ਕੋਰਟ ਨੇ ਵੀ ਇਹਨਾਂ ਦੇ ਹੱਕ ਚ ਫੈਸਲਾ ਦਿੱਤਾ ਸੀਗਾ। In 1963 white people in Alabama wanted desegregation, ਕਿ ਜਿਹੜੇ ਵਾਈਟ ਪੀਪਲ ਸੀਗੇ ਉਹ ਵੀ ਚਾਹੁੰਦੇ ਸੀ ਵੀ ਜਿਹੜੇ ਕਾਲੇ ਲੋਕ ਨੇ ਉਹ ਪ੍ਰੋਟੈਸਟ ਕਰਦੇ ਰਹਿਣ, ਚਾਹੁੰਦੇ ਸੀ ਕਿ ਨਾ? ਆਨਸਰ ਦਿਓ, ਚਾਹੁੰਦੇ ਸੀ ਕਿ ਨਾ ਕਾਲੇ ਵੀ ਉਹ ਜਿਹੜੇ ਗੋਰੇ ਲੋਕ ਸੀ ਕਿ ਉਹ ਚਾਹੁੰਦੇ ਸੀ ਵੀ ਉਹ ਪ੍ਰੋਟੈਸਟ ਕਰਨ ਜਾਂ ਨਾ ਕਰਨ? ਵੈਰੀ ਗੁੱਡ ਰਾਹੁਲ, ਓਕੇ, ਯੈਸ, ਰਮਨਦੀਪ ਓਕੇ, ਨਵਨੀਤ ਓਕੇ। ਫਾਲਸ, ਉਹ ਨਹੀਂ ਚਾਹੁੰਦੇ ਸੀ, ਉਹ ਤਾਂ ਰੈਜ਼ਿਸਟ ਕਰਦੇ ਸੀ ਨਾ, ਉਹ ਤਾਂ ਰੈਜ਼ਿਸਟ ਕਰ ਰਹੇ ਸੀ, ਉਹ ਰੋਕ ਰਹੇ ਸੀ ਵੀ ਇਹ ਕੰਮ ਨਾ ਕਰਨ। ਵੈਰੀ ਗੁੱਡ, ਸਾਰਿਆਂ ਦਾ ਆਨਸਰ ਸਹੀ ਹੈ ਬੱਚੇ, ਫਾਲਸ ਆਨਸਰ ਹੈਗਾ। ਲਾਸਟ ਹੈ, ਮਾਰਟਿਨ ਲੂਥਰ ਕਿੰਗ ਅਚੀਵਡ ਅ ਲੋਟ ਇਨ ਹਿਸ ਪ੍ਰੋਟੈਸਟ ਅਗੇਂਸਟ ਵਾਇਤਨਮ ਵਾਰ। ਵਾਇਤਨਮ ਵਾਰ ਦੇ ਵਿੱਚੋਂ ਬਹੁਤ ਕੁਝ ਮਿਲਿਆ ਸੀ, ਕਿਤੇ ਆਪਣੇ ਟਾਕ ਪੜ੍ਹੀਏ ਇਹਦੇ ਨਾਲ ਦੀ, ਦੇਖਿਓ ਇਹ ਸਾਰੇ ਪੈਰਾਗ੍ਰਾਫ ਚ ਕੱਲੇ ਵਾਇਤਨਮ ਦੀ ਟਾਕ ਹੋਈ ਹੈ, ਠੀਕ ਹੈ, ਪਰ ਅਚੀਵਡ ਅ ਲੋਟ ਕੁਝ ਨਹੀਂ ਮਿਲਿਆ ਉਹਨੂੰ ਉੱਥੋਂ, ਇੱਕ ਤੇ ਗੱਲ ਵੀ ਨਹੀਂ ਹੋਈ। ਇਸ ਕਰਕੇ ਜਿਹੜਾ ਆਨਸਰ ਹੈ ਡੈਫੀਨਿਟਲੀ ਰਮਨ ਓਕੇ ਆ, ਰਮਿੰਦਰ ਓਕੇ, ਹਰਪ੍ਰੀਤ ਓਕੇ, ਲਵਪ੍ਰੀਤ ਓਕੇ, not given, answer is called a not given। ਆ ਜਾਓ ਸਕਰੀਨ ਤੇ, ਤੁਸੀਂ ਇੱਕ ਚੀਜ਼ ਨੋਟ ਕਰੋ, ਆਪਾਂ ਸਭ ਤੋਂ ਪਹਿਲਾਂ ਕੀ ਕਰਿਆ ਸੀ, ਲਿਸਟ ਆਫ ਹੈਡਿੰਗ ਪੜ੍ਹੇ ਸੀ। ਲਿਸਟ ਆਫ ਹੈਡਿੰਗ ਦਾ ਮੈਂ ਕੱਲਾ ਕੱਲਾ ਪੈਰਾਗ੍ਰਾਫ ਪੜਾਇਆ ਸੀ। ਪੜਾਉਣ ਤੋਂ ਬਾਅਦ ਤੁਹਾਨੂੰ ਸਾਰਿਆਂ ਦੀ ਲੋਕੇਸ਼ਨਸ ਪਤਾ ਲੱਗੀ। ਪਹਿਲਾਂ ਤਾਂ 6 ਦੇ 6 ਆਪਣੇ ਲਿਸਟ ਆਫ ਹੈਡਿੰਗ ਸਹੀ ਕਰਕੇ ਆਏ ਆਪਾਂ। MCQ ਆਪਾਂ ਨੂੰ ਸਾਰਿਆਂ ਨੂੰ ਪਤਾ ਸੀ ਵੀ ਕਿਹੜਾ ਆਨਸਰ ਸਹੀ ਹੈ। ਜੇ ABC ਹੁੰਦਾ ਹੈਗਾ ਉਹ ਗੱਲ ਹੋਰ ਹੁੰਦੀ ਹੈ, ਪਰ ਜਦੋਂ D ਨਾਲ ਲੱਗੇ ਨਾ ਫਿਰ ਗੱਲ ਹੋਰ ਹੋ ਜਾਂਦੀ ਹੈ, ਫਿਰ ਜ਼ਿਆਦਾ ਥੋੜਾ ਟਫ ਬਣ ਜਾਂਦਾ ਹੈ। ਤੇ ਲਾਸਟ ਆਪਣੇ ਕੋਲੇ ਟਰੂ ਫਾਲਸ ਸੀਗੇ। ਦਿਸ ਇਜ਼ ਅ ਵੇ ਟੂ ਡੂ ਰੀਡਿੰਗ। ਕਿਸੇ ਵੀ ਬੱਚੇ ਦਾ ਕੋਈ ਡਾਊਟ ਹੈ ਰੀਡਿੰਗ ਨੂੰ ਲੈ ਕੇ, ਅੱਜ ਦੀ ਨੂੰ ਲੈ ਕੇ, ਉਹ ਆਪਣਾ ਕੋਈ ਵੀ ਸਵਾਲ ਪੁੱਛ ਸਕਦਾ ਹੈਗਾ। ਇਸ ਤੋਂ ਬਾਅਦ ਮੈਂ ਆਪਣੀ ਜਰਨਲ ਦੀ ਕਲਾਸ ਲਾਉਣੀ ਹੈ। ਪਲੀਜ਼ ਇਫ ਐਨੀਵਨ ਹੈਵ ਐਨੀ ਕਾਈਂਡ ਆਫ ਅ ਡਾਊਟ ਇਨ ਟੁਡੇਜ਼ ਰੀਡਿੰਗ, ਬॉय गर्ल they can ask, no worry anyone, please mute ਹਟਾ ਦਿਓ, ਇੱਕ ਇੱਕ ਕਰਕੇ ਪੁੱਛ ਸਕਦੇ ਹੋ ਤੁਸੀਂ, one by one you people can। ਸਰ ਜਿਹੜਾ ਪੇਪਰ ਆਣਾ ਇਹ ਮਤਲਬ ਕਿ ਕੰਪਿਊਟਰ ਬੇਸਡ ਜਾਣਾ ਕਿ ਹੈਂਡ ਰਿਟਨ ਆਣਾ? ਕੰਪਿਊਟਰ ਬੇਸਡ ਹੀ ਹੋਏਗਾ। ਕੰਪਿਊਟਰ ਬੇਸਡ ਮਤਲਬ ਟੂ ਬੀ ਵੈਰੀ ਓਨੈਸਟ ਕਿਵੇਂ ਕਹਿਣਾ ਚਾਹਦੇ, ਦੁਬਾਰੇ ਬੋਲੋ ਇੱਕ ਵਾਰ। ਸਰ ਜਿੱਦਾਂ ਕੰਪਿਊਟਰ ਦੇ ਉੱਤੇ ਸਾਨੂੰ ਹੋਵੇ ਕੁਐਸਚਨ ਪੇਪਰ ਸ਼ੋ ਹੋ ਰਿਹਾ, ਫਿਰ ਅਸੀਂ ਮਤਲਬ ਕਿ ਉੱਥੋਂ ਦੇਖਣਾ ਹੋਵੇ, ਜਾਂ ਫਿਰ ਸਾਨੂੰ ਮਤਲਬ ਜਿੱਦਾਂ ਪੇਪਰ ਮਿਲੂਗਾ, ਪੇਪਰ ਰੀਡਿੰਗ ਲਾਈਕ ਦਿਸ ਪੇਜ ਹੈ ਨਾ, ਪੇਜ ਲਾਈਕ ਦਿਸ ਆ ਰੀਡਿੰਗ ਹੈ। ਓਕੇ ਸਰ, ਓਕੇ ਠੀਕ ਹੈ ਜੀ। ਐਨੀ ਅਦਰ? ਥੈਂਕ ਯੂ ਸਰ। ਓਕੇ ਜੀ, ਓਕੇ। ਹੁਣ ਇੱਕ ਤਾਂ ਜਿੱਦਾਂ ਟਾਈਮ ਬਹੁਤ ਲੱਗਦਾ, ਜਿੱਦਾਂ ਅਸੀਂ ਲਿਸਟ ਆਫ ਹੈਡਿੰਗ ਕਰਦੇ ਆ ਕਈ ਵਾਰੀ, ਫਿਰ ਟਾਈਮ ਉਹ ਕਵਰ ਨਹੀਂ ਹੋ ਪਾਉਂਦਾ ਹੈਗਾ। ਮੈਂ ਦੱਸਦਾ ਮੇਰੀ ਗੱਲ ਸੁਣੋ, ਹੁਣ ਮੰਨ ਕੇ ਚਲੋ ਮੈਂ ਦੱਸਦਾ, ਸਮਝਾਉਣਾ ਮੇਰੀ ਗੱਲ। ਆਪਾਂ ਲਿਸਟ ਆਫ ਹੈਡਿੰਗ ਕਰ ਰਹੇ ਸੀ, ਹੁਣ ਮੈਂ ਜੇ ਲਿਸਟ ਆਫ ਹੈਡਿੰਗ ਤੇ ਟਾਈਮ ਲਾ ਰਿਹਾ ਸੀਗਾ, ਪਰ ਜਿਹੜੇ ਬਾਕੀ ਦੇ MCQ ਤੇ ਟਰੂ ਫਾਲਸ ਸੀਗੇ ਉਹਨਾਂ ਨੂੰ ਤਾਂ ਮੈਂ ਟਾਈਮ ਵੀ ਨਹੀਂ ਲਾਇਆ ਹੈਗਾ। ਤਾਂ ਇਦੋਂ ਚੰਗਾ ਕਿ ਇੱਕ ਲਿਸਟ ਆਫ ਹੈਡਿੰਗ ਦੇ ਟਾਈਮ ਲਾ ਦਿਓ, ਇੱਕ ਕੁਐਸਚਨ ਨੂੰ ਕਰਦੇ 1.5 ਮਿੰਟ ਲਾ ਲਓ, 1.5 ਮਿੰਟ ਤੁਸੀਂ ਇੱਕ ਤੇ ਸਪੈਂਡ ਕਰ ਸਕਦੇ ਹੋ। ਬਹੁਤ ਸਾਰੇ MCQ ਆਪਾਂ 5-5 ਸੈਕਿੰਡ 'ਚ ਕਰੇ, ਫਿਰ ਉਹਦੇ ਜਿਹੜੇ 1 ਮਿੰਟ 25 ਸੈਕਿੰਡ ਬਚਦੇ ਨੇ ਉਹ ਦੂਜੇ ਪਾਸੇ ਨਾਲ ਐਡਜਸਟ ਕਰ ਦਿਓ ਨਾ, ਇਹ ਹੈਬਿਟ ਬਣੇਗੀ, ਡੇ ਬਾਈ ਡੇ ਬਣੇਗੀ। ਠੀਕ ਹੈ ਜੀ, ਥੈਂਕ ਯੂ ਸਰ। ਫਿਰ ਜਿਵੇਂ ਕੁਝ ਰੀਡਿੰਗ ਐ ਹੁੰਦੀਆਂ ਨੇ ਕਿ MCQ ਪਹਿਲਾਂ ਹੀ ਆ ਜਾਂਦੇ ਨੇ, ਹਾਂ, ਫਿਰ ਆਪਾਂ ਨੂੰ ਉਹ ਪਹਿਲਾਂ ਕਰਨੇ ਪਵਾਂਗੇ ਕਿ ਪਹਿਲਾਂ ਆਪਾਂ ਦੇਖਾਂਗੇ ਕਿ ਹੈਡਲਾਈਨ ਤੇ ਪਹਿਲਾਂ ਜਾਈਏ? ਜੇ ਤੁਹਾਨੂੰ ਇੱਕ ਪੈਰਾਗ੍ਰਾਫ ਦੇ ਵਿੱਚ ਤੁਸੀਂ 3 ਪੈਸੇਜ ਆਉਣਗੇ, ਪੈਸੇਜ 1, ਪੈਸੇਜ 2, ਪੈਸੇਜ 3, ਠੀਕ ਹੈ। ਸਭ ਤੋਂ ਪਹਿਲਾਂ ਲੱਭੋ ਕਿ ਇਹਦੇ 'ਚ ਲਿਸਟ ਆਫ ਹੈਡਿੰਗ ਨੇ, ਜੇ 'ਚ ਤੁਹਾਨੂੰ ਲਿਸਟ ਆਫ ਹੈਡਿੰਗ ਮਿਲ ਗਈ, ਜੇ ਪੈਸੇਜ 1 'ਚ ਨੇ, ਪੈਸੇਜ 2 'ਚ ਨੇ, ਪੈਸੇਜ 3 'ਚ ਨੇ, ਸਭ ਤੋਂ ਪਹਿਲਾਂ ਲਿਸਟ ਆਫ ਹੈਡਿੰਗ ਵਾਲਾ ਪੈਸੇਜ ਕਰਿਓ, ਠੀਕ ਹੈ। ਤੇ ਤੁਹਾਨੂੰ ਮੈਂ ਇੱਕ ਹੋਰ ਅਗਲੀ ਜਿਹੜੀ ਮੈਂ ਕਲਾਸ ਦੇਵਾਂਗਾ ਤੁਹਾਨੂੰ ਮੰਡੇ ਨੂੰ, ਮੈਂ ਇਹ ਚੀਜ਼ ਪੜਾਉਂਗਾ ਕਿ ਆਪਾਂ ਜੇ ਲਿਸਟ ਆਫ ਹੈਡਿੰਗ ਨਹੀਂ ਹੈਗੇ, ਕੱਲੇ MCQ ਤੇ ਟਰੂ ਫਾਲਸ ਨੇ, ਆਪਾਂ ਉਹਨਾਂ ਨੂੰ ਕਿਵੇਂ ਕਰਨਾ ਹੈ। ਉਹਦੇ ਲਈ ਆਪਾਂ ਨੂੰ ਫਿਰ ਸਾਰੇ ਨਹੀਂ ਪੜ੍ਹਨੇ ਪੈਣਗੇ, ਫਿਰ ਉੱਥੇ ਆਪਾਂ ਲੋਕੇਸ਼ਨ ਤੇ ਜਾਣਾ ਸਿਖਾਉਂਗਾ ਮੈਂ। ਡਨ। ਐਨੀ ਅਦਰ? ਸਰ ਕੁਐਸਚਨ ਇੱਕ ਮਿੰਟ, 1 by 1 ਪਲੀਜ਼। ਜਸਪ੍ਰੀਤ ਬੋਲੋ। ਹਾਂਜੀ ਸਰ, ਇਹ ਰੀਡਿੰਗ ਮੇਰੇ ਕੋਲ ਸੀ,
ਹਾਂਜੀ ਸੇਮ ਆ ਵਾਲੀ, ਪਰ ਮੈਨੂੰ ਲਿਸਟ ਆਫ ਹੈਡਿੰਗ ਬਿਲਕੁਲ ਸਮਝ ਨਹੀਂ ਆਉਂਦੀ ਸੀ, ਅੱਜ ਬਹੁਤ ਵਧੀਆ ਸਮਝ ਆਈ। ਚਲੋ ਰੱਬ ਸੁੱਖ ਰੱਖੇ, ਪ੍ਰਮਾਤਮਾ ਤੁਹਾਡੀਆਂ ਲੰਮੀਆਂ ਉਮਰਾਂ ਹਾਂਜੀ, ਬਖਸ਼ੇ, ਜਿਵੇਂ ਜਿਵੇਂ ਤੁਸੀਂ ਸਮਝਾਇਆ ਬਹੁਤ ਕੈਨੇਡਾ ਦੇਖੀ ਗਈ ਭੇਜੇ, ਮੈਂ। ਤੁਸੀਂ ਉੱਥੋਂ ਮੈਨੂੰ ਮੋਬਾਈਲ ਮੋਡ Thank ਭੇਜੋ, you. ਵਧੀਆ। ਥੈਂਕ ਯੂ ਸੋ ਮਚ। ਐਨੀ ਅਦਰ? ਸਰ ਜਿਹੜੀਆਂ ਜਿਵੇਂ ਤੁਸੀਂ ਅੱਜ ਆ ਰੀਡਿੰਗ ਕਰਾਈ, ਇਹ ਜਿਵੇਂ ਮੈਨੂੰ ਬਹੁਤ ਈਜ਼ੀ ਲੱਗੀ, ਬਟ ਜਿਹੜੀਆਂ ਕੁਛ ਹੁੰਦੀਆਂ ਉਹ ਬਸ ਮੇਰੇ ਉੱਪਰ ਦੀ ਨਿਕਲ ਜਾਂਦੀਆਂ, ਐਵੇਂ ਪਤਾ ਹਾਊ ਕਿ ਕੈਨ ਆਈ ਸਮਟਾਈਮ ਵੀ ਪੀਪਲ ਆਰ ਅਨੇਬਲ ਟੂ ਟ੍ਰਾਂਸਲੇਟ ਦ ਥਿੰਗ, ਕਈ ਵਾਰ ਆਪਣੇ ਨੂੰ ਟ੍ਰਾਂਸਲੇਟ ਨਹੀਂ ਹੁੰਦਾ ਹੈਗਾ, ਹੋਰ ਕੁਝ ਵੀ ਨਹੀਂ ਹੈਗਾ, ਤੇ ਪੇਪਰ 'ਚ ਇਸ ਤੋਂ ਵੱਧ ਟਫ ਨਹੀਂ ਆਉਂਦੀ। ਮੈਂ ਬੈਠਾ ਜ਼ਿੰਮੇਵਾਰ, ਅੱਜ ਦੇ ਮੈਂ ਰਿਜ਼ਲਟ ਪੋਸਟ ਕਰੂੰਗਾ, ਮੇਰੇ ਬੱਚਿਆਂ ਦੇ 8 ਬੈਂਡ ਆਏ ਆ, ਮੈਂ ਫਿਰ post ਇਹ ਤਾਂ ਕਰੂੰਗਾ। ਟਫ ਲੱਗੀ ਨਹੀਂ, ਤੁਸੀਂ ਕਰਾਈ ਇਹ ਤਾਂ ਟਫ ਲੱਗੀ ਨਹੀਂ ਫਿਰ। ਮੇਰੇ ਇਹ ਨਾ ਤਾਂ easy ਜਦੋਂ ਲੱਗੀ। ਅੱਜ ਫਰਾਈਡੇ ਆ, ਮੈਂ ਡਿਸਕਸ਼ਨ ਡੇ ਹੁੰਦਾ ਮੇਰਾ ਅਕੈਡਮਿਕ ਵੀ ਡਿਸਕਸ਼ਨ ਡੇ ਸੀਗਾ, ਤੇ ਮੇਰੇ ਬੱਚੇ ਵੀ ਇਹੀ ਗੱਲ ਕਹਿੰਦੇ ਵੀ ਸਰ ਜਦੋਂ ਤੁਸੀਂ ਪੜਾਉਂਦੇ ਨਾ ਫਿਰ ਉਦੋਂ ਐ ਲੱਗਦਾ ਵੀ ਔਖਾ ਨਹੀਂ ਹੈਗਾ, ਪਰ ਜਦੋਂ ਆਪ ਇਕੱਲੇ ਬਹਿ ਕੇ ਕਰੀਦਾ ਨਾ, ਇਕੱਲੇ ਬਹਿ ਕੇ ਤਾਂ ਪ੍ਰੋਬਲਮ ਆਉਂਦੀ, ਕਿਉਂਕਿ ਤੁਹਾਨੂੰ ਨਾ ਹੈਬਿਟ ਨਹੀਂ ਹੈਗੀ ਪੜਨ ਦੀ। ਹਲੇ ਤੁਸੀਂ ਕੋਈ ਵੀ ਚੀਜ਼ ਨੂੰ ਪੜਨਾ ਸ਼ੁਰੂ ਕਰੋ, ਕਦੇ ਰੀਡਿੰਗ ਨੂੰ ਨਾ ਪੜੋ, ਕੋਈ ਵੀ ਕਹਾਣੀਆਂ ਨੇ ਸਟੋਰੀਜ਼ ਪੜ੍ਹਨੀਆਂ ਸ਼ੁਰੂ ਕਰੋ, ਹੈਲਪ ਬਹੁਤ ਅੱਛੀ ਹੋਏਗੀ। ਠੀਕ ਹੈ ਜੀ। ਐਨੀ ਅਦਰ? ਪ੍ਰਿੰਸ ਕੋਈ ਸਵਾਲ? ਹਾਂਜੀ ਸਰ ਸਰ ਮੈਂ ਮੈਂ ਕਹਿੰਦਾ ਜਿਵੇਂ ਹੈਲੋ ਹਾਂਜੀ ਬੋਲੋ ਪ੍ਰਿੰਸ। ਸਰ ਮੈਂ ਕਹਿੰਦਾ ਜਿਵੇਂ ਅਸੀਂ 30 ਨੂੰ ਸ਼ੁਰੂ ਕੀਤੀ ਸੀ ਕਲਾਸ, ਤੇ ਤੁਸੀਂ 21 ਤੋਂ ਦੇਣੀ ਸ਼ੁਰੂ ਕਰਤੀ ਸੀ, ਤੇ ਜਿਹੜੇ ਬੱਚੇ ਲੇਟ ਆਏ ਨੇ 30, 31, 25, 26, ਉਹਨਾਂ ਨੇ ਅਗਰ ਪਹਿਲੇ ਤੁਹਾਡੇ ਐਪੀਸੋਡ ਵੇਖਣੇ ਹੋਣ ਤੇ ਉਹ ਕਿਵੇਂ ਕਰ ਸਕਦੇ? ਮੈਂ ਜੀ ਬਿਲਕੁਲ ਸਾਰਿਆਂ ਦੀ ਨਾ ਵੀਡੀਓਜ਼ ਬਣਾਉਣ ਲੱਗ ਰਿਹਾ ਹੈਗਾ ਜੀ, ਤੁਹਾਨੂੰ ਟੈਲੀਗ੍ਰਾਮ ਤੇ ਮੈਂ ਬਣਾਈ ਹੋਈ ਆਈਡੀ, ਟੈਲੀਗ੍ਰਾਮ ਤੇ ਹਰ ਰੋਜ਼, ਕੱਲ ਦਾ ਲੈਕਚਰ ਵੀ ਮੈंने ਅਪਲੋਡ ਕਰਤਾ ਸੀਗਾ, ਜੇ ਕਿਸੇ ਨੇ ਦੇਖਿਆ ਹੋਵੇ। ਹਾਂਜੀ ਹਾਂਜੀ ਠੀਕ ਹੈ ਨਾ, ਮੈਂ ਆਪਣੇ ਲੈਕਚਰਸ ਬਿਲਕੁਲ ਉੱਤੇ ਡਿਲੀਵਰ ਕਰੀ ਜਾਊਂਗਾ, ਤੁਹਾਨੂੰ ਸਟੈਪ ਬਾय ਸਟੈਪ ਪਤਾ ਲੱਗ ਜਾਏਗਾ ਪ੍ਰਿੰਸ, ਡੋਂਟ ਵਰੀ। ਠੀਕ ਹੈ, ਥੈਂਕ ਯੂ। ਸੋ ਗੱਲ ਸੁਣੋ ਹੁਣ ਮੇਰੀ। ਸਰ ਮੈਨੂੰ ਹਾਂਜੀ ਬੋਲੋ ਜਸਪ੍ਰੀਤ ਬੋਲੋ। ਸਰ ਜਿਹੜਾ ਕੱਲ ਲੈਕਚਰ ਕਰਾਇਆ ਸੀ ਉਹ ਮੈਨੂੰ ਮਿਲਿਆ ਨਹੀਂ, ਅਟੈਂਡ ਨਹੀਂ ਹੋਇਆ ਸੀਗਾ ਨੈਟਵਰਕ ਪ੍ਰੋਬਲਮ ਕਰਕੇ। ਤੁਸੀਂ ਟੈਲੀਗ੍ਰਾਮ ਦੇਖੋ ਜੀ, ਜੇ ਟੈਲੀਗ੍ਰਾਮ ਤੇ ਮੇਰੇ ਨਾਲ ਐਡ ਹੈਗੇ ਹੋਗੇ, ਟੈਲੀਗ੍ਰਾਮ ਡਾਊਨਲੋਡ ਕਰ ਲਓ, ਮੈਂ ਉੱਤੇ ਬੱਚੇ ਮੇਰੇ ਨਾਲ ਬਹੁਤ ਐਡ ਨੇ, ਮੈਂ ਉੱਤੇ ਹਰ ਰੋਜ਼ ਲੈਕਚਰ ਆਪਣਾ ਪਾਉਣਾ, ਅੱਜ ਦਾ ਲੈਕਚਰ ਵੀ ਮੈਂ ਉੱਥੇ ਪਾਉਂਗਾ। ਠੀਕ ਹੈ ਸਰ। ਠੀਕ ਹੈ ਜੀ। ਓਕੇ ਸਰ। ਸੋ ਵਿਦੂਸ਼ਾ ਜੀ ਠੀਕ ਠਾਕ ਹੋ? beneficial, it's very beneficial for me. ਥੈਂਕ ਯੂ ਸੋ ਮਚ। ਸੋ ਬੜੀ ਗੱਲ ਸੁਣੋ ਮੇਰੀ, ਜਿੰਨੇ ਮੇਰੇ ਕੋਲ ਬੱਚੇ ਸੁਣ, Time, it's take lots of time. yeah it takes, I can do it, it's take lots of time. आप एग्जाम कब दे रहे हो? How can we reduce our time? reduce, do you have अभी फाइल नहीं किया सर। कोई बात नहीं, मैं समझा दूंगा, आज आपकी फर्स्ट क्लास है मेरे साथ, डोंट वरी। ठीक है, बड़ी ਗੱਲ Okay. ਸੁਣੋ ਮੇਰੀ, ਹੁਣ ਜਰਨਲ ਦੀ Thanks a lot sir, thanks a lot. ਥੈਂਕ ਯੂ। ਗੱਲ ਸੁਣੋ, ਜਰਨਲ ਦੀ ਕਲਾਸ ਹੈ ਮੇਰੀ, ਮੈਂ ਤੁਹਾਨੂੰ Okay. ਸਾਰਿਆਂ ਨੂੰ ਮਟੀਰੀਅਲ ਤਾਂ ਜਿਹੜਾ ਹਰ ਰੋਜ਼ ਮਿਲਦਾ ਹੈ ਮਿਲੇਗਾ ਹੀ ਮਿਲੇਗਾ। ਠੀਕ ਹੈ, ਹੁਣ ਸਭ ਤੋਂ ਪਹਿਲਾਂ ਤੁਸੀਂ ਮੇਰੇ ਟ੍ਰੇਨਰ ਫਰੀ ਨੇ, ਸਾਰਿਆਂ ਦੀ ਸਪੀਕਿੰਗ ਡਨ ਹੋਏਗੀ ਜਿੰਨੇ ਹੈਗੇ ਨੇ, ਇੰਨਾ ਟਾਈਮ 'ਚ ਮੈਂ ਜਰਨਲ ਨੂੰ ਪੜਾਉਂਗਾ, ਕਿਉਂਕਿ ਅੱਜ ਮੈਨੂੰ ਐਕੈਡੈਮਿਕ ਦਾ ਵੀ ਪਤਾ ਲੱਗ ਗਿਆ ਤੇ ਮੈਨੂੰ ਜਰਨਲ ਦਾ ਵੀ ਪਤਾ ਲੱਗ ਜਾਏਗਾ। ਠੀਕ ਹੈ, ਸੋ ਦਿਸ ਟਾਈਮ ਵੀ ਆਰ ਗੋਇੰਗ ਟੂ ਗੁੱਡ ਬਾਏ, ਸੋ ਟੇਕ ਕੇਅਰ। ਮੈਂ ਆਪਣੇ ਟ੍ਰੇਨਰ, ਮੈਂ ਤੁਹਾਨੂੰ PDF ਸੈਂਡ ਕਰਦਾ, ਤੁਸੀਂ 10 ਮਿੰਟ ਪ੍ਰਿਪੇਅਰ ਕਰ ਲਓ ਉਹਨੂੰ, ਆਪਣੇ ਸਪੀਕਿੰਗ ਨੂੰ, ਉਸ ਨੂੰ ਆਪਣੇ ਟ੍ਰੇਨਰਸ ਨੂੰ ਉਹੀ PDF ਦੇਵਾਂਗਾ, ਦੈਟ ਟਾਈਮ ਯੂ ਪੀਪਲ ਆਰ ਗੋਇੰਗ ਟੂ ਗਿਵ ਯੂਰ ਸਪੀਕਿੰਗ। ਗੁੱਡ ਬਾਏ, ਲਵ ਯੂ, ਟੇਕ ਕੇਅਰ, ਥੈਂਕ ਯੂ ਸੋ ਮਚ, ਹੈਪੀ ਨਿਊ ਈਅਰ, ਤੇ ਰੱਬ ਸੁੱਖ ਰੱਖੇ ਅਗਲੇ Happy New Year to sir. ਕੈਨੇਡਾ ਸਰ ਆਸਟ੍ਰੇਲੀਆ। ਉਹ ਦੂਸਰੀ ਰੀਡਿੰਗ ਅਗਲੇ ਹਾਂਜੀ टाटा बाय।